ਸਾਰੀਆਂ ਸੰਗਤਾਂ ਦੋਏ ਹੱਥ ਜੋੜ ਸਾਵਧਾਨ ਇਕਾਗਰਚਿਤ ਹੋ ਕੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਤੇ ਮਾਲਕ ਬਾਣੀ ਕੇ ਬੋਹਿਤ ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ गुरु जी की साजी नवाजी साध संग जीओ, गुरु जी के खास रूप खालसा साध संग जी, सतसंगी जनों जिन्हां ते गुरु पातशाह ने कृपा करके जीवन का कुछ समा अपनी हजूरी अंदर बैठ के हरि जस कीर्तन का लाभ प्रदान कराना कीता है। आप सारे बड़भागे हो। ये अज दा गुरमत समागम इस नगर बसंत कोट की समूह साध संगत वालों आयोजित किया गया ताकि साडे अंदर अपने विरसे तो जागरूकता पैदा होए, अपनी कौम बारे कुछ थोड़ी बहुत सूझ आए, अपने भविख बारे चिंता करिए। पहली बेनती है कि कुछ पत बनते सज्जन परले पासे स्टेज काफ़ी खाली पई है, कुछ इदा आप अगे आके ए साइड ते काफ़ी कुछ खाली हो पिया, आप इनू कवरेज करने का यतन करिए। कोई गल नहीं, तुसीं साडे च कोई छोटे नहीं गए, गुरु साहब का तो अदब सत्कार बनया हुंदा, असीं तुहाडे विचों ही हां, सारे किरती बंदे हैं। कोई साडे च वो नहीं भी बहुत बड़े चोले पाए है तो जां कोई गाना फड़ के खड़े आ जां इदां कोई। बैठो इत्थे अपनी स्टेज ते बेशक 15-20 बंदे बहुत सोहणे इस पासे सज सकते हैं। गुरु पातशाह रहमत करन। खास करके जिहड़ा प्रयोजन हुंदा ये हुंदा नौजवान बच्चियां ते बच्चों दा, क्योंकि जिहड़ा बंदा अपनी जिंदगी च वक्त चुलिया वो जिथे पर उहदा औरा बन जाता, वो इकट्ठा करता रहिंदा बहुत कुछ, वो जो कुछ इकट्ठा करता उहदे अनुसार उहदा जीवन का ढाड़ा पै जांदा जांदा। सो गुरु पातशाह रहमत करन। जो कीर्तन की सेवा है वह निष्काम कीर्तनी जथे वालों निभाई जा रही है। ये नाम तो ही तुसीं जाणू हो जाओगे भी निष्काम कीर्तन की है। एक जरूर है कि इहदे विच धारना नहीं लाइया जानियां, इहदे च ज़्यादा साखियां नहीं सुनाइया जानियां, केवल निरोल गुरबाणी पढ़ी जाती है तो गुरमंत्र का जप कराया जाता। दूसरा है कि प्रबंधकी जना ने बहुत सुंदर पंडाल सजाने का यतन किया होया। ये भी पता लग्या भी नौजवानों ने उत्साह नाल काफ़ी इत्थे मेरा स्टेज ते भी शायद मिट्टी पाई हुई है जां कोई छप्पड़ सी उन्हें पूरे आ जां काफ़ी उत्साह दिखाते हैं बच्चे। बड़ी खुशी की गल है, पर उत्साह कित्थों तक है वो अगे देखना पैना। अगली बेनती है कि नाल गुरु के लंगर का प्रबंध किया होया प्रबंधकों ने चंगियां बत्तियां जगाइया हुई, बहुत सुंदर स्टेज बनाने का यतन किया। उस स्टेज की अच्छे तरीके नाल
ਉਹਦੀ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਉਹ ਵੀ ਨਾਲ ਦੀ ਨਾਲ ਸਰਵ ਕੀਤੀ ਜਾ ਰਹੀ ਹੈ। ਠੰਡਾ ਜਲ ਵਰਤ ਰਿਹਾ। ਨਾਲ ਨਾਲ ਗੁਰੂ ਪਾਤਸ਼ਾਹ ਆਪਣੇ ਤਖਤਾਂ ਤੇ ਵਿਰਾਜਮਾਨ ਹੋ ਕੇ ਖੁੱਲੇ ਦਰਸ਼ਨ ਬਖਸ਼ਦੇ ਹੋਏ ਆਪਣੀਆਂ ਸੰਗਤਾਂ ਨੂੰ ਕਰਤਾਰਥ ਕਰ ਰਹੇ ਨੇ। ਸੋ ਕੀਰਤਨ ਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਉਹ ਅੱਜ ਦੋ ਥਾਈਂ ਹੈ ਕੀਰਤਨ। ਇੱਕ ਧਾਰੀਵਾਲ ਦੇ ਲਾਗੇ ਕਲੇਰ ਕਲਾਂ, ਇੱਕ ਪ੍ਰੋਜੈਕਟਰ ਉੱਥੇ ਕੰਮ ਕਰਦਾ, ਇੱਕ ਪ੍ਰੋਜੈਕਟਰ ਇੱਥੇ ਲੱਗਿਆ ਹੋਇਆ। ਥੋੜੀ ਉਹਦੀ ਡਾਇਰੈਕਸ਼ਨ ਲਾਉਣ ਤੋਂ ਪਹਿਲਾਂ ਥੋੜੀ ਜਿਹੀ ਸਾਨੂੰ ਸਾਈਡ ਦੇਣੀ ਚਾਹੀਦੀ ਸੀ ਤਾਂ ਕਿ ਇਸ ਸੰਗਤ ਦੀ ਸਾਈਡ ਦੇ ਵੀ ਥੋੜਾ ਜਿਹਾ ਉਹਦਾ ਡਾਇਰੈਕਸ਼ਨ ਇੱਦਾਂ ਕੀਤੀ ਜਾਂਦੀ ਤਾਂ ਕਿ ਇਹਨਾਂ ਦਾ ਵੀ ਥੋੜਾ ਜਿਹਾ ਰੂਬਰੂ ਹੋ ਜਾਂਦਾ। ਕੋਈ ਤਕਰੀਬਨ 30 ਐਂਗਲ ਤੇ ਉਹਨੂੰ ਪਰਦੇ ਨੂੰ ਸੁਬੋਧ ਕੀਤਾ ਜਾਂਦਾ ਤੇ ਅੱਛਾ ਸੀ। ਉਹ ਕੀਰਤਨ ਜੋ ਗੁਰਬਾਣੀ ਗਾਈ ਜਾ ਰਹੀ ਹੈ ਉਹ ਪਰਦੇ ਤੇ ਆ ਰਹੀ ਹੈ, ਨਾਲ ਨਾਲ ਉਹਦੇ ਅਰਥ ਆ ਰਹੇ ਨੇ। ਕਿਉਂਕਿ ਜਿੰਨਾ ਚਿਰ ਤੁਹਾਨੂੰ ਗੁਰਬਾਣੀ ਦੇ ਅਰਥ ਬਹੁਤ ਦਾ ਨਹੀਂ ਪਤਾ ਲੱਗੇਗਾ ਉਹਨਾਂ ਚਿਰ ਤੱਕ ਤੁਸੀਂ ਤੋਂ ਪੂਰਾ ਪੂਰਾ ਫਾਇਦਾ ਨਹੀਂ ਲਵੋਗੇ। ਇਸ ਕਰਕੇ ਨਾਲ ਨਾਲ ਅੱਜ ਦੇ ਸਮੇਂ ਦਾ ਫਾਇਦਾ ਲੈਂਦੇ ਹੋਏ ਚੰਗੀ ਸਾਊਂਡ ਲਿਆਂਦੀ ਹੋਈ ਮੇਰੇ ਵੀਰਾਂ ਨੇ, ਆਹ ਮੂਵੀ ਵਾਲੇ ਵੀਰ ਇਕੱਠੇ ਕੀਤੇ ਹੋਏ ਨੇ। ਦੂਸਰਾ ਮੀਡੀਆ ਦਾ ਫਾਇਦਾ ਲੈਂਦੇ ਆ ਤਾਂ ਕਿ ਜਿੱਥੇ ਤੱਕ ਵੀ ਕੋਈ ਕਿਸੇ ਨੂੰ ਲੋੜ ਪਏ ਇਹਨੂੰ YouTube ਨੂੰ ਪਤਾ ਨਹੀਂ ਕੀ ਕਰਦੇ ਪ੍ਰਸਕ੍ਰਾਈਬ ਕਰਕੇ ਉਹਨੂੰ ਉਹਦੇ ਤੋਂ ਫਾਇਦਾ ਲੈ ਲੈਣ। ਪਰ ਯੁੱਗ ਬੜਾ ਤੇਜ਼ ਹੈ। ਇਹ ਚੀਜ਼ਾਂ ਜਿਹੜੀਆਂ ਉਹ ਗੁਰੂ ਪਾਤਸ਼ਾਹ ਨੇ ਤੁਹਾਨੂੰ ਬਖਸ਼ੀਆਂ ਨੇ ਇਹਨਾਂ ਨੂੰ ਚੰਗੀ ਵਰਤੋਂ ਵਾਸਤੇ, ਮਾੜੀ ਵਰਤੋਂ ਵੀ ਇਹਨਾਂ ਦੀ ਬਹੁਤ ਹੋ ਰਹੀ ਹੈ। ਚੱਲ ਰਹੇ ਕੀਰਤਨ ਜਿੱਥੇ ਮੇਰੇ ਅਤੀ ਸਤਿਕਾਰਯੋਗ ਵੀਰਾਂ ਨੇ ਆਪ ਜੀ ਨਾਲ ਕੀਰਤਨ ਦੀ ਸਾਂਝ ਪਾਈ ਹੈ ਉੱਥੇ ਥੋੜੀ ਦੇਰ ਲਈ ਮੈਨੂੰ ਵੀ ਆਪ ਜੀ ਦੀ ਸੇਵਾ ਲਈ ਹੁਕਮ ਹੋਇਆ। ਮੇਰੀ ਦਾਸ ਦੀ ਪਹਿਲੀ ਬੇਨਤੀ ਹੁੰਦੀ ਹੈ, ਮੈਨੂੰ ਇਸ ਗੱਲ ਤੋਂ ਵੀ ਥੋੜਾ ਜਿਹਾ ਇਤਰਾਜ਼ ਹੁੰਦਾ ਵੀ ਮੇਰੀ ਇਕੱਲੇ ਬੰਦੇ ਦੀ ਫੋਟੋ ਲਾਣੀ ਜਿਹੜੀ ਆ ਉਹ ਇਸ ਜਥੇ ਵਿੱਚ ਮੈਨੂੰ ਅੱਛੀ ਨਹੀਂ ਲੱਗਦੀ। ਉਹ ਇੱਕ ਜੇ ਜ਼ਰੂਰੀ ਲਾਣੀ ਪਹਿਲਾਂ ਤਾਂ ਲਾਣ ਦੀ ਕੋਈ ਲੋੜ ਨਹੀਂ। ਅਸੀਂ ਸਿੱਖ ਫੋਟੋ ਦੇ ਪੁਜਾਰੀ ਨਹੀਂ। ਇਹ ਇੱਕ ਟ੍ਰੈਂਡ ਬਣ ਗਿਆ ਇਕੱਠੇ ਕਰਨ ਵਾਸਤੇ ਲੋਕਾਂ ਨੂੰ। ਅਗਲੀ ਬੇਨਤੀ ਹੈ ਕਿ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਲਿਖ ਦਿੱਤਾ ਇੱਕ ਸਨੈਪ ਜੇ ਜ਼ਰੂਰੀ ਲਾਣੀ ਹੈ ਤੇ ਐਦਾਂ ਕੀਰਤਨ ਕਰਦੇ ਆ ਸੰਗਤਾਂ ਦੀ ਤਾਂ ਕਿ ਕਿਸੇ ਨੂੰ ਇਹ ਨਾ ਹੋਏ ਵੀ ਮੈਂ ਪਿੱਛੇ ਹਾਂ ਮੈਂ ਅੱਗੇ ਹਾਂ। ਅਸੀਂ ਸਾਰੇ ਇੱਕ ਦੂਜੇ ਦੇ ਨਾਲ ਰਲ ਕੇ ਹੀ ਚੱਲਾਂਗੇ। ਸਾਰੇ ਸੇਵਾਦਾਰ ਹੈ। ਆਪ ਜੀ ਦੀ ਬਖਸ਼ਿਸ਼ ਸਦਕਾ ਆਪ ਜੀ ਦੀ ਸੇਵਾ ਨਿਭਾ ਰਹੇ ਨੇ। ਕਿਰਤੀ ਨੇ, ਬੇਲੜ ਕੋਈ ਨਹੀਂ ਹੈ। ਦਿਨੇ ਕਿਰਤ ਕਰਦੇ ਨੇ, ਰਾਤ ਨੂੰ ਗੁਰੂ ਪਾਤਸ਼ਾਹ ਆਪੇ ਪ੍ਰੇਰ ਕੇ ਆਪ ਜੀ ਦੇ ਦਰਸ਼ਨ ਰੱਬ ਵਰਗੀਆਂ ਸੰਗਤਾਂ ਦੇ ਕਰਾਉਂਦੇ ਨੇ। ਨਾਲ ਨਾਲ ਆਪਣੀ ਸੇਵਾ ਥੋੜੀ ਜਿਹੀ ਲੈ ਰਹੇ ਨੇ। ਸੋ ਜੋ ਮੈਨੂੰ ਦਾਸ ਨੇ ਆਪ ਜੀ ਨੇ ਸੇਵਾ ਬਖਸ਼ੀ ਹੈ ਇਹਦੇ ਲਈ ਮੈਂ ਆਪ ਜੀ ਦੀ ਅਸੀਸ ਦਾ ਮੁਤਾਜ ਹਾਂ ਕਿ ਤੁਹਾਡੀ ਅਸੀਸ ਵਿੱਚ ਬੜੀ ਬਰਕਤ ਹੈ। ਤੁਸੀਂ ਅੱਜ ਜਨ ਸਮੂਹ ਵਿੱਚ ਇਕੱਠੇ ਹੋ ਕੇ ਬੈਠੇ ਹੋ। ਗੁਰਮਤਿ ਅਨੁਸਾਰ ਤੁਹਾਡੇ ਚ ਪ੍ਰਮਾਤਮਾ ਦਾ ਨੂਰ ਹੈ। ਜਰੇ ਜਰੇ ਵਿੱਚ ਤੁਹਾਡੇ ਵਿੱਚ ਵੀ ਪਰਿਪੂਰਨ ਹੈ। ਦੂਸਰਾ ਸਿੱਖ ਪੰਥ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰੰਕਾਰ ਦਾ ਦਰਜਾ ਦਿੱਤਾ ਹੋਇਆ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਉਹ ਵਿਰਾਜਮਾਨ ਨੇ। ਸੋ ਆਪ ਜੀ ਨੇ ਅਸੀਸ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਨ ਕਰਕੇ ਸੀਸ ਥੋੜਾ ਜਿਹਾ ਗੁਰੂ ਜੀ ਨੂੰ ਝੁਕਾਣਾ ਤੇ ਰਸਨਾ ਕਰਨੀ ਪਵਿੱਤਰ ਤੇ ਗੱਜ ਕੇ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪ ਜੀ ਦੀ ਅਸੀਸ ਦਾਸ ਦਾ ਹੌਸਲਾ ਅਫਜ਼ਾਈ ਥੋੜੇ ਚੱਲੇ ਆਪ ਜੀ ਦੀ ਸੇਵਾ ਲੈਣ ਲਈ। ਦੂਸਰੀ ਬੇਨਤੀ ਹੈ ਕਿ ਪੰਥ ਵਿੱਚ ਅੱਜ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ, ਜਿੱਥੇ ਅਸੀਂ ਆਪਣੇ ਆਪ ਨੂੰ ਸਿੱਖ ਲਿਖਦੇ ਹਾਂ ਉੱਥੇ ਬੜੀ ਖੁਸ਼ੀ ਹੈ। ਪਰ ਸਿੱਖ ਕੌਣ ਹੁੰਦਾ ਇਹ ਗੱਲ ਜਦੋਂ ਤੱਕ ਸਾਡੇ ਜ਼ਿਹਨ ਵਿੱਚ ਨਹੀਂ ਬਿਠਾਲੀ ਜਾਂਦੀ। ਕੇਵਲ ਸਿੰਘ ਤੇ ਕੌਰ ਸ਼ਬਦ ਨਾਲ ਸਿੱਖ ਹੁੰਦਾ ਕਿ ਕੇਵਲ ਇੱਕ ਗੁਰਦੁਆਰਾ ਖੜਾ ਕਰਨ ਨਾਲ ਸਿੱਖ ਹੁੰਦਾ ਕਿ ਕੇਵਲ ਗੁਰਦੁਆਰੇ ਵਿੱਚ ਗਾਏ ਬਗਾਏ ਸੰਗਰਾਂਦ ਵਾਲੇ ਦਿਨ ਜਿਵੇਂ ਪਹਿਲਾਂ ਸਿਸਟਮ ਚੱਲਦਾ ਸੀ ਉੱਦਾਂ ਜਾ ਕੇ 2 ਮਿੰਟ ਬਹਿ ਕੇ ਇਹ ਸਿੱਖ ਹੁੰਦਾ। ਇਹ ਗੱਲਾਂ ਸਾਨੂੰ ਅੱਜ ਬੜੀਆਂ ਸਮਝਣ ਦੀਆਂ ਲੋੜ ਹੈ। ਸੋ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਾਖੀ ਲੈਣਾ ਕਰੀਏ। ਇੱਕ ਵਾਰ ਗੌਤਮ ਬੁੱਧ ਤੇ ਉਹਦਾ ਇੱਕ ਸ਼ਿਸ਼ ਆਨੰਦ, ਇੱਕ ਸਰਸਤੀ, 2 ਸ਼ਿਸ਼ ਨਾਲ ਨੇ। ਉਹ ਜਾ ਰਹੇ ਨੇ। ਇਹਨਾਂ ਵੀਰਾਂ ਨੂੰ ਕਹੋ ਵੀ ਹੌਲੀ ਹੌਲੀ ਜਿਹੜਾ ਕੰਮ ਕਰਨਾ ਨਾ ਉਹ ਬਿਲਕੁਲ ਸੰਜੀਦਗੀ ਨਾਲ ਬੜਾ ਸਹਿਜ ਨਾ ਕਰਨਾ ਤਾਂ ਕਿ ਤੁਹਾਡੇ ਇਸ ਦੀਵਾਨ ਹਾਲ ਵਿੱਚ ਜੇ ਤੁਸੀਂ ਇੰਨਾ ਖਰਚ ਕੀਤਾ ਤੇ ਕੁਝ ਫਾਇਦਾ ਉਠਾਈਏ। ਐਂਦੀ ਸਾਡੇ ਵੀ ਬੱਚੇ ਖੇਡਦੇ ਉਹਨਾਂ ਦੀ ਆਵਾਜ਼ ਵੀ ਦੀਵਾਨ ਚ ਆਉਂਦੀ ਹੈ। ਇੱਧਰੋਂ ਵੀ ਮੇਰੇ ਵੀਰਾਂ ਦੀ ਸੇਵਾ ਜ਼ਰੂਰ ਕਰੀ ਚੱਲੋ, ਹੱਥ ਸਫਲੇ ਹੁੰਦੇ ਨੇ। ਸਾਡੀ ਬੇਨਤੀ ਹੁੰਦੀ ਹੈ ਵੀ ਜੇ ਬੇਸ਼ੱਕ ਤੁਸੀਂ ਸਾਡੇ ਜਿਹੜੇ ਜੁੜੀ ਹੋਈ ਸੰਗਤ ਹੈ ਉਹਨੂੰ ਸੇਵਾ ਬਖਸ਼ ਦਿਓ ਲੰਗਰ ਦੀ ਜਾਂ ਹੋਰ, ਤੇ ਤੁਸੀਂ ਸਾਰੇ ਨੌਜਵਾਨ ਬੈਠੇ ਜਾਓ ਤੇ ਹੋਰ ਵੀ ਤੁਸੀਂ ਬੜਭਾਗੇ ਹੋ
क्योंकि गल सुननी है तो सुन के विचारनी है, दो गल्लां बड़ी जरूरी है। ये स्कूल का लैक्चर नहीं है भी सुनो तो बेशक जिदा मर्जी मोबाइल खोल के बैठे रहो, एक गल है। सो गुरु पातशाह रहमत करन मेरी बेनती है कि बुद्ध जी दे नाल उहदे दो शिष्य जा रहे हैं, दोपहर हुंदी है, एक शिष्य अगे व्यक्ति मिलदा, उन्होंने पता भी ये गौतम बुद्ध है। वो आंदे भी हे भिक्षु जी, बड़े भिक्षु, मेरा एक सवाल है। गौतम पुछदे दसो। वो आंदा कि रब है, परमात्मा है? बुद्ध कहता भी नहीं, खोज कर। उन्होंने कह दिता नहीं, खोज कर। होर गल नहीं करते, अगे चल पैंदे। लोडे वेले एक होर व्यक्ति मिलता, वो भी आके थोड़ा उन्होंने सत्कार दिंदा ते आंदा जी मेरा एक सवाल है जी। दसो। आंदे ने भी मैं मानदा परमात्मा नहीं है, तुसीं दसो है? आंदे खोज कर, खोज कर इस गल ते भी वो नहीं है, इस गल ते खोज कर। ते तू इस गल ते खोज करी भी है पहला जिहड़ा कहंदा सी। अगे चल जांदे। एक तीसरा बंदा मिलदा, वो बंदा मिलदा, वो भी सवाल कर दिंदा। आंदा जी मैं परमात्मा नूं लभ रहा, तुसीं दसो है भी सही कि मैं एवें लग्या? उहदी बार चुप कर जांदे। उन्होंने कहंदे है, उन्होंने कहंदे नहीं, चुप कर जांदा। हुण अगे चाहते ने, रात विश्राम करते हैं। उन्होंने दे जिहड़े शिष्य ने भिक्षु, उन्होंने पुछदे ने भी बुद्ध जी असीं हैरान है, पहला बंदा कहता है कि परमात्मा है, तुसीं दसो है कि नहीं? तुसीं उहनूं कह दिता नहीं, कह दिता ते इह कहा भी खोज कर। ते दूसरा बंदा मिलिया, वो कहता परमात्मा नहीं है, तुसीं उहनूं भी नहीं कह दिता भी नहीं, खोज कर। ते तीसरे बंदे बारे जिहड़ा कहंदा मैं खोज करदा, उन बारे तुसीं कह चुप कर गए। बुद्ध उन्हां नूं कहंदे कि लोकां च आम एक सोच हुंदी है भी किसी ना कोई गल कही है तो उन्हें सुन ली, ते जे कहता भी नहीं है तो नहीं कहण लग पे, जे कहता है तो है कहण लग पे। वो बंदा बंदा नहीं जिहड़ा जिहड़ी गल फड़नी है वो गल नूं खोज ना करे। खोजना बहुत ही जरूरी है इस रस्ते च, हर गल च खोज की लोड़ है। आंदे भी तीजे नूं तुसीं फिर क्यों नहीं कुछ भी बोले? वो आंदे भी तीजा अपने अंदर खोज रहा है, जे मैं उन्होंने भी कह दमा भी है तो उन्हें भी काम बंद कर देना, वो भी काम छड़ दूगा। भी बुद्ध ने कहता भी हैगा बस ठीक है, मेरी खोज पूरी हो गई। पूरी हजे हो ही नहीं, यकीन हजे आया नहीं, क्योंकि जो लम्मा चमा किसी गल नूं अपने च एक फैक्टर है, बात योर थॉट्स, अपने ख्यालों वाल ध्यान दो की तुहाडे अंदर ख्याल उठते हैं, क्योंकि उन्हां तो तुहाडे अंदर प्रक्रिया एक्शन शुरू हो जाते हैं। एक्शनां तो बाद तुसीं लगातार जो किसी काम ते एक्शन करते जाने हैं, वो फिर तुहाडा वर्क बनता, कंप्लीट हो जाता वो काम। अज तुहानूं इन्हां गल्लां नूं बड़ी समझण दी लोड़ है। मान लो एक बंदा शराब पींदा है, एक बंदा जुआ खेडदा है, एक बंदा गुरुद्वारे जांदा है। ये तिन्नां बंदियां दे पहलां ख्याल शुरू होने। शराबी का ख्याल होना ठेके नूं चलीए, जुआ खेलण का ख्याल होना जिथे जुआ खेडदे उत्थे चलीए, ते गुरुद्वारे जाण वाला बाणी पढ़न वाला गुरुद्वारे नूं तुर जाऊगा। ये एक्शन होया तुर के जाना। अगे शराबी जदों गया उत्थे दो बंदे लड़दे सी, वो उन्हां नूं कहंदा, उन्हां नूं देख के मुड़ पैंदा भी नहीं पीती है ते लड़दे ने, मैं कित्थे चलिया, मैं किहदे नाल लड़ूंगा, मैं पिछे मुड़ जावां। उन मुड़दा नहीं, ख्याल नहीं कैंसल करदा, वो भी खरीददा, हजे खरीदी है, हजे एक्शन है। हुण जदों पीती है फिर परख होया। उन्हें जो जुआ खेड के हारिया जां जित्तिया वो कम होया। उन्हें जो बाणी दे कोई चैप्टर पढ़े, थोड़ा जिहा 2-3 घंटे उहदे ते लाए, 2 घंटे, वो भी एक कम होया। जिहड़ा काम तुसीं बार-बार करते जाओगे तुहाडी आदत विच आएगा, वो तुहाडी एक आदत बननी है। और जिहड़ी आदत तुसीं 20-25-30 साल तक लगातार छड्डोगे ना आदत, उहनूं तुहानूं करैक्टर कहना पेगा, वो तुहाडी किस्मत है। इस करके जदों मनुख किसी को सुनी सुनाई गल नूं अडॉप्ट कर लैंदा, वो मनुख अधूरा रह जाता।
पर एक जरूर है कि गुरु पातशाह रहमत करन, हुण ये शुरू तो ही धरती के दो हिस्से चले आए ने, एक कहते रहे भी रब नहीं है, एक कहते रहे भी रब है। ये गल इत्थों शुरू होनी है। उहदे विच जिन्ने पैगंबर आए ने, वो पैगंबरां ने उन्हां दा बेसिकली गल इत्थों शुरू करते हैं। हर धर्म का शुरुआत इत्थों, अगे एक सारे सिस्टम चलाने एक विशेष शक्ति है, उसका ना कोई भी रख लो, एक शक्ति है, वो इस सिस्टम बड़ी निजम नाल चला रही है। बंदा बेनिजमियां करता, बाकी कायनात निजम विच बन दिती है। एक बंदे नूं वो फॉलो कर, बंदा उन्होंने परमात्मा बारे जानकारी लै सकदा, बाकी कोई भी बारे जानकारी नहीं लै सकदा। ये लै सकदा, ये विशेष बुद्धि रखी हुई है। पर यह बुद्धि गलत काम कर करके समाज का ते देश का ते मनुखता का आने वाली पीढ़ी का ते पिछली पीढ़ी का घाण बच्चा पीड़ रही है। यह बुद्धि जिहड़े सारा कुछ मेनटेन करके एक वधिया अपने आप नूं खड़ी कर सकती है और इस जिंदगी च एक लुत्फ लै सकती है, इंजॉय कर सकती नेचर नूं। पर नेचर वाल तो साडी ध्यान ही नहीं है। असीं तां साडे मगर लाए ने काम, क्रोध, लोभ, मोह, हंकार, ये पंजे चीज़ां। गुरु पातशाह ने गुरबाणी विच इन्हां दी व्याख्या कीती। एक थां काम दा चस्का हाथी नूं दस्सिया, उहदे च एक रोग है। उहनूं जदों फड़िया जांदा, उहनूं एक गड़ा पुट के जंगल विच डूंगा ते उहदे ते छत पा के पतली जी, उहदे ते एक डंबी जिहड़ी फीमेल हंसतनी खड़ी कीती जांदी है। वो काम बस आके उधर नूं वधदा, उहनूं पछाण नहीं है। ते जदों उहदे ते जंप लैण दा यतन करदा तो कुछ भी नहीं है, तो थल्ले डिग पैंदा। ज्यों पैंदा थल्ले, फिर उहनूं कुੱਟਿਆ ਜਾਂਦਾ। ਐਵੇਂ नहीं हाथी काबू आंदा है, कुੱਟਿਆ ਜਾਂਦਾ, कुੱਟ कुੱਟ के भुखिया रखिया जाता, पानी नहीं दिता जाता, तड़फदा वो। फिर उन्होंने आंदा भी मैनू इत्थों कढ़ लो किसी दी, कि मैनू जिद्दां कहोगे, मैनू थोड़े जे पट्ठे दे दो, मैनू कोई खाण नूं दे दो, तुसीं भी इद्दां तुहानूं माल लगे, थोड़ी रोटी पानी थोड़ा थोड़ा कदे देई जांदे ने, कदे तुहानूं खोण लगे थोड़े कोलों, ना तुहानूं जीण देना नहीं ना मरन देना। इस तरीके का सिस्टम हुंदा है, ये सरमाएदारी का सिस्टम है। इहदे विच ते तुहानूं गुरु ने इकट्ठे करके नीवियां जातां ने तुहाडे ताकत बनाती सी, वो ताकत तुसीं फिर खेरों खेरों कर बैठे। वो ताकत नाल तुसीं राज भाग दे हकदार 6 साल दे विच विच हो, 2.5 साल दे विच विच हकदार हो गए। वो ताकत अगे वधी, तुसीं सम्राट राज पैदा कर लिया पंजाब विच, उहनूं राज ए खालसा मन्निया, अज दुनिया मनदी है। पर थोड़े च पढ़ाई नहीं की गई। मैं अपना टॉपिक उस पासे नहीं ले जाना, मेरा मतलब यह हुंदा भी आपां कौन है, ये गल सानूं पछाणनी पैनी। एक तो अंदरों पछाणनी पैनी, एक बाहरों पछाणनी पैनी। बाहरों असीं सिख हैं, अंदरों असीं सारे एक हाँ, इहदे च कोई शक नहीं है। हुण जदों सानूं इन्हां गल्लां बारे सोझी नहीं रही, उहदे च 2-3 पॉइंट जिहड़े खास ने, कीर्तनियां ने हजे होर थोड़ा कीर्तन करना। उहदे च एक पॉइंट है भी जदों बंदा इत्थे जमदा है, 5-6 मेन चीज़ां इस धरती नाल जुड़ियां ने। हुण जिहड़ा शराब पीण चले गया, उन्हें शराब पी लई, एक दिन पीती, अगले दिन असीं हर काम करन तो पहलां सोचदे हां भी मैनूं फायदा होया कि नुकसान होया। हर काम दे 3 पहलू हुंदे ने, एक हुंदे ने सारे नुकसान, एक हुंदे ने सारे फायदे, एक हुंदे ने कुछ फायदे ते कुछ नुकसान। ये 3 पहलू हुंदे ने। मान लो तुसीं फसल बीजी है, उसका मुख करतब है फायदे लई बीजी हुई है, पर जे गड़े मार के नुकसान कर गया, तुसीं बीजण च कोई कसर नहीं रखी, खाद पाण च कोई कसर नहीं छड्डी, पानी लाण च कोई कसर नहीं छड्डी, तुसीं अपना पूरी मेहनत की है, संघर्ष किया, पर वो सिरे नहीं चढ़िया। उतों कुदरत की करोपी हुई, गड़ा इन्ना पिया पिओ, सारी फसल बह गई, पानी ना डोब दी। उत्थे थोड़ा कोई दोष नहीं है, उत्थे तुसीं समर्पण है भी जो हो गया ठीक हो गया, मेरे वालों कोई कसर नहीं। इस करके हुण जदों वो बंदा जूआ खेडण लग पिया, हुण जदों लगातार ये काम च चले जांदे ने, फिर उन्हां दे नाम बदल जांदे ने। जेड़ा मुंडा लगातार गंदियां फिल्मां देख के, गंदे गाने सुन के पिंड विच गंद पाण लगेगा और नशर हो जाएगा लोकां विच, ओदा नाम बदल जाएगा, उन्होंने लोग गुंडा बदमाश ऐसा लखब नाल याद करनगे। जेड़ा बंदा लगातार नशे पींदा जाएगा, उन्होंने अगे जाके 40-50 साल तो उसका नाम अमली पै जाएगा,
ਉਹਦਾ ਖਾਨਦਾਨ ਅਮਲੀਆਂ ਦਾ ਗਿਣਿਆ ਜਾਏਗਾ। ਜਿਹੜਾ ਬੰਦਾ ਬਾਣੀ ਪੜ੍ਹਦਾ ਸੀ ਉਹਦਾ ਨਾਮ ਬਾਬਾ ਪੈ ਜਾਏਗਾ, ਗਿਆਨੀ ਪੈ ਜਾਏਗਾ। ਇਸ ਕਰਕੇ ਬੰਦੇ ਦੀ ਆਪਣੀ ਇੱਕ ਛਵੀ ਬਣ ਜਾਂਦੀ ਹੈ, ਔਰਾ ਬਣ ਜਾਂਦਾ ਬੰਦੇ ਦਾ। ਸੋ ਸਾਡਾ ਜਥੇ ਦਾ ਮੇਨ ਮਕਸਦ ਹੈ ਕਿ ਤੁਹਾਡੇ 'ਚ ਸਿੱਖੀ ਪ੍ਰਤੀ ਜਾਗਰਤੀ ਆਏ। ਜਿਵੇਂ ਅੱਜ ਮੇਰਾ ਹਿੰਦੂ ਭਰਾ ਜਾਗਿਆ ਹੋਇਆ, ਜਿਵੇਂ ਈਸਾਈ ਭਰਾ ਜਾਗਿਆ ਹੋਇਆ। ਸਮਾਂ ਬੜਾ ਮਾੜਾ ਹੈ, ਲੋਕ ਦੁਖੀ ਨੇ। ਦੁੱਖਾਂ ਦਾ ਕਾਰਨ ਕੋਈ ਸਰਕਾਰ ਹੈ, ਕੋਈ ਸਾਡੀ ਨਿੱਜੀ ਸੋਚ ਹੈ, ਕੋਈ ਸਾਡਾ ਸਮਾਜ ਹੈ, ਕੋਈ ਸਾਡੀ ਖਾਣ ਪਾਣ ਦੀ ਗਲਤ ਆਦਤ ਹੈ। ਇਸ ਕਰਕੇ ਇਹਨਾਂ ਦੁੱਖਾਂ ਦਾ ਹੋਰ ਕੋਈ ਹੱਲ ਨਹੀਂ। ਤੁਹਾਨੂੰ ਬਗਲਾ ਕੇ ਲੋਕੀ ਆਪਣੇ ਡੇਰਿਆਂ ਤੇ ਜੋੜ ਰਹੇ ਨੇ। ਹੁਣ ਮੁਸ਼ਕਲ ਇਹ ਸੀ ਕਿ ਖਾਲਸਾ ਪੰਥ 'ਚ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਤੱਕ ਇੱਕ ਗੁਰੂ ਰਿਹਾ। ਸ਼੍ਰੀ ਚੰਦ ਜੀ ਗੁਰੂ ਨਹੀਂ ਬਣ ਪਾਏ। ਬੜੀ ਭਗਤੀ ਹੈ ਪਰ ਗੁਰੂ ਨਹੀਂ ਹੈ ਸਿੱਖਾਂ ਦੇ। ਧੰਨ ਗੁਰੂ, ਇਹ ਤੁਹਾਡੀ 'ਚ ਵਡਿਆਈ ਸੀ। ਗੁਰੂ ਨਾਨਕ ਦੇਵ ਜੀ ਨੇ ਕਿਸ ਤਰੀਕੇ ਨਾਲ ਲੈਣੇ ਨੂੰ ਥੱਲਿਓਂ ਚੁੱਕ ਕੇ ਉੱਪਰ ਚਾੜ ਕੇ ਉਹਦੇ ਪੈਰਾਂ ਤੇ ਸਿਰ ਰੱਖ ਦੇਣਾ। ਇਹ ਪਹਿਲਾ ਕੌਮ ਦਾ ਇੱਕ ਪਹਿਲਾ ਸਾਰੇ ਵਰਲਡ ਵਿੱਚ ਇੱਕ ਬੜਾ ਵੱਡੀ ਗੱਲ ਹੈ, ਜਿਹਨੂੰ ਅਸੀਂ ਕਹਾਂਗੇ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਨਾਨਕ ਹੈ ਨਾ ਗੋਬਿੰਦ, ਅੰਦਰੋਂ ਬਾਹਰੋਂ ਦੀ ਬੋਡੀ ਦਾ ਨਾਂ ਗੋਬਿੰਦ ਹੈ। ਬੋਡੀ ਦਾ ਨਾਂ ਹੀ ਲੈਣਾ ਹੈ, ਬਾਡੀ ਦੇ ਸਰੀਰ ਦਾ ਨਾਂ ਹੀ ਅਮਰਦਾਸ ਹੈ। ਪਰ ਲੈਣੇ ਦੇ ਦੋ ਬੇਟੇ ਨੇ ਦਾਤੂ ਤੇ ਦਾਸੂ, ਉਹ ਗੁਰੂ ਨਹੀਂ ਬਣ ਸਕੇ। ਯਤਨ ਕੀਤਾ, ਲੱਤ ਮਾਰੀ ਗੁਰੂ ਅਮਰਦਾਸ ਸਾਹਿਬ ਨੂੰ। ਅਮਰਦਾਸ ਦਾ ਜਵਾਈ ਦੋ ਨੇ, ਦੋ ਬੇਟੇ ਨੇ, ਮੋਹਣ ਤੇ ਮੋਹਰੀ, ਰਾਮਾ ਤੇ ਜੇਠਾ, ਦੋ ਜਵਾਈ ਨੇ। ਇੱਕ ਬੰਦੇ ਦੇ ਅੰਦਰ ਉਹ ਜੋਤ ਪ੍ਰਵੇਸ਼ ਕਰਦੀ ਹੈ, ਤਿੰਨ ਬੰਦੇ ਰਹਿ ਜਾਂਦੇ ਨੇ। ਉਹ ਵੀ ਈਰਖਾ ਕਰਦੇ ਨੇ ਮੋਹਣ। ਅੱਗੇ ਜਾ ਕੇ ਅਰਜਨ ਦੇਵ ਨਾਲ ਈਰਖਾ ਹੁੰਦੀ ਹੈ ਪ੍ਰਿਥਵੀ ਦੀ, ਘਰ ਵਿੱਚੋਂ ਹੀ। ਅੱਗੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਯਤਨ ਪ੍ਰਿਥਵੀ ਵੱਲੋਂ ਕੀਤਾ ਜਾ ਰਿਹਾ, ਸੱਪ ਛੱਡ ਕੇ। ਇਸੇ ਤਰੀਕੇ ਨਾਲ ਹਰ ਰਾਏ ਦੇ ਬਰਖਲਾਫ ਰਾਮ ਰਾਏ ਖੜਾ ਕੀਤਾ ਗਿਆ। ਧੀਰ ਮੱਲੀਏ ਖੜੇ ਹੋ ਗਏ ਨੇ, ਗੁਰੂ ਘਰ ਵਿੱਚੋਂ ਖੜੇ ਹੁੰਦੇ ਜਾਂਦੇ ਨੇ। ਹੁਣ ਗੁਰੂ ਰਾਮ ਰਾਏ ਤੋਂ ਬਾਅਦ ਹਰ ਕ੍ਰਿਸ਼ਨ, ਉਹਨਾਂ ਤੇ ਕੇਸ ਕੀਤਾ ਗਿਆ ਰਾਮ ਰਾਏ ਵੱਲੋਂ ਵੀ ਇਹ ਮੇਰਾ ਛੋਟਾ ਭਰਾ ਹੈ, ਗੱਦੀ ਦਾ ਹੱਕਦਾਰ ਨਹੀਂ, ਮੈਂ ਹੱਕਦਾਰ ਆ। ਰੰਗਜੇਬ ਦਾ ਚਾਪਲੂਸ ਹੈ ਉਹ ਬੰਦਾ। ਉਧਰ ਗੁਰੂ ਬਦਲਦੇ ਨੇ, ਉਧਰ ਮੁਗਲੀਆ ਹਕੂਮਤ ਬਦਲਦੀ ਹੈ। ਬਾਬਰ ਦੇ ਟਾਈਮ 'ਚ ਬਾਬਾ ਨਾਨਕ ਆ ਜਾਂਦੇ ਨੇ, ਫਿਰ ਹਮਾਯੂ ਆ ਜਾਂਦਾ ਗੁਰੂ ਅੰਗਦ ਦੇ ਟਾਈਮ ਵਿੱਚ। ਇਸ ਤਰੀਕੇ ਨਾਲ ਇਹ ਵੀ ਬਦਲਦੇ ਜਾਂਦੇ ਨੇ। ਜਹਾਂਗੀਰ ਆ ਜਾਂਦਾ, ਸ਼ਾਹਜਹਾਂ ਆ ਜਾਂਦਾ, ਰੰਗਜੇਬ ਆ ਜਾਂਦਾ। ਇਸ ਤਰੀਕੇ ਨਾਲ ਪਿਆਰਿਓ, ਹੁਣ ਅੱਜ ਮੁਸ਼ਕਿਲ ਤੁਹਾਡੇ ਅੰਦਰ ਕੀ ਹੈ? ਤੁਸੀਂ ਸਿਰਫ ਗੁਰਦੁਆਰੇ ਹੀ ਖੜੇ ਕੀਤੇ ਹੋਏ ਨੇ। ਤੁਹਾਨੂੰ ਸਿੱਖੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਮੇਰੀ ਕੌਮ ਦੀ ਬਦਕਿਸਮਤੀ ਹੈ। ਇੱਕ ਸਿੱਖ ਰਹਿਤ ਮਰਿਆਦਾ ਬਣੀ ਹੋਈ ਹੈ, ਰੂਲ ਆਫ ਕੰਡਕਟ ਸਿੱਖਇਜ਼ਮ। ਕੀ ਹੈ ਸਿੱਖ? ਕੌਣ ਹੈ ਸਿੱਖ? ਕਿਹਨੂੰ ਮੰਨਦਾ ਸਿੱਖ? ਕਿਵੇਂ ਸਿੱਖ ਬਣਦਾ ਹੈ? ਕਿਹੜਾ ਰੋਜ਼ ਦਾ ਉਹਦਾ ਰੁਟੀਨ ਦਿੱਤਾ ਜਾਂਦਾ? ਕਿਵੇਂ ਇੱਕ ਦੂਜੇ ਨੂੰ ਫੇਸ ਟੂ ਫੇਸ ਮਿਲਦਾ ਹੈ? ਭਾਵ ਜਦੋਂ ਸਿੱਖ ਨੂੰ ਮਿਲਣਾ ਹੈ, ਉਹਨਾਂ ਕਿਵੇਂ ਮਿਲਣਾ ਹੈ? ਸਿੱਖਣੀ ਮਿਲਣੀ ਹੈ, ਸਿੱਖ ਮਿਲਣਾ ਹੈ, ਸਿੱਖਣੀ ਮਿਲਣੀ ਹੈ, ਸਿੱਖ ਨੇ ਮਿਲਣਾ ਹੈ। ਇਨੀ ਕਿਵੇਂ ਮਿਲਣਾ ਹੈ? ਓਕੇ ਟਾਟਾ ਕਰਕੇ ਮਿਲਣਾ, ਗੁੱਡ ਮਾਰਨਿੰਗ ਈਵਨਿੰਗ ਕਰਨੀ ਹੈ ਕਿ ਇਹ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਿੱਖ ਅਰਦਾਸ ਕਰਦਾ ਇਸੇ ਹੀ ਪਿਆਰੇ ਮੇਲ। ਵਾਹਿਗੁਰੂ ਦਾ ਮਤਲਬ ਕੀ ਹੈ? ਉਹ ਅਚਰਜ ਸ਼ਕਤੀ। ਵਾਹ ਗੋ ਮੈਨੇ ਅੰਧੇਰਾ, ਜਿਹੜੇ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਰੋਸ਼ਨ ਕਰ ਜਾਂਦੀ ਹੈ, ਜਿਹੜੀ ਸਾਡੇ ਵਿੱਚ ਵੀ ਹੈ। ਇਸ ਕਰਕੇ ਅੰਦਰ ਦੀ ਖੋਜ ਮਨੁੱਖ ਨੇ ਕੀਤੀ ਨਹੀਂ, ਬਾਹਰ ਨੂੰ ਮਨੁੱਖ ਦੌੜ ਪਿਆ। ਜੀ ਬਾਹਰ ਨੂੰ ਦੌੜਦਾ ਗਿਆ ਤਿਉਂ ਤੋਂ ਇਹ ਪਰੇਸ਼ਾਨ ਹੁੰਦਾ ਗਿਆ। ਜਿਹੜੇ ਅੰਦਰ ਨੂੰ ਦੌੜੇ ਉਹ ਬਹੁਤ ਚੰਦ ਬੰਦੇ ਨਿਕਲੇ। ਜਿਹੜੇ ਬੰਦੇ ਅੰਦਰ ਨੂੰ ਦੌੜ ਪਏ ਉਹ ਸਮਝ ਗਏ ਵੀ ਇੱਥੇ ਬੰਦਾ ਰਹਿੰਦਾ ਨਹੀਂ ਹੈ, ਛੇਤੀ ਬੰਦਾ ਮਰ ਜਾਂਦਾ। ਕੀ ਮਰ ਕੇ ਬੰਦਾ ਮੁੱਕ ਜਾਂਦਾ? ਇਹ ਹੁਣ ਧਰਮ ਕਹਿੰਦਾ ਵੀ ਮਰ ਕੇ ਬੰਦਾ ਨਹੀਂ ਜੇ ਮੁੱਕਦਾ। ਹਰ ਧਰਮ ਇਸ ਗੱਲ ਨਾਲ ਸਹਿਮਤ ਹੋਇਆ ਪਿਆ ਵੀ ਬੰਦਾ ਮਰ ਕੇ ਨਹੀਂ ਮੁੱਕਦਾ। ਔਰ ਸਿੱਖ ਧਰਮ ਤੇ ਹਿੰਦੂ ਧਰਮ ਇੱਥੇ ਖੜਾ ਕੀਤਾ ਗਿਆ ਵੀ 84 ਲੱਖ ਜੂਨੀਆਂ ਨੇ। ਜੇ ਤੂੰ ਇਸ ਜੂਨ ਵਿੱਚੋਂ ਖੁੰਝ ਗਿਆ ਤੇ ਤੂੰ ਉਹਨਾਂ ਜੂਨੀਆਂ ਵਿੱਚ ਕਨਵਰਟ ਹੁੰਦਾ ਜਾਏਗਾ।
मैं एक उदाहरण के तौर पर एक पहली मेरी बेनती होंगी कि मैं कोई संत महात्मा ना मैनू बना लो। मैनू बड़ा दुख है जो मैं पहली बार इस पिंड विच आए, असीं सारे इकट्ठे, वो छोटे छोटे बच्चे मेरे गोडियां नूं हथ लाण दे। साडे च सिस्टम नहीं है, साडे च इक्को सिस्टम है, वाहिगुरू जी का खालसा, जिहड़ा बोले उहदा भी भला, जिहड़ा सुने सिर्फ एक सिर है, एक थां ते झुकना। ये थां थां ते मड़ियां मसाणियां कबरां ते सिर नहीं झुकना। इस करके जदों तुहानूं गल्लां नहीं दसियां गईयां, ये हिंदू तत्व विच है, ए बाबे तो भी डरना, इहदे भी डरी जाना, ए मूर्ति तो भी डरी जाना, ओहदे तो भी जठेरे तो भी डरी जाना, पत्थरां तो भी डरी जाना, मिट्टी तो भी डरी जाना, बरमी तो ਉਹ ਤੋਂ डरी जाना। डरना सी अपने माड़े कर्मां तो। हर बंदे नूं पता भी माड़े कर्म किहड़े ने ते चंगे कर्म किहड़े ने। सानूं जन्म तो चीज़ां सिखाईਆਂ ਜਾਂਦੀਆਂ, पर बच्चा ना मारी पाप हुंदा है, इहनूं ना मारी, कीड़ी ना मारी पुੱਤ, ये पाप हुंदा है। हाँ, मनुख ने सोचा भी जिहड़े मेरे घातक पंछी ने, जानवर ने, जिवें सप ने या शेर है, जिहड़ा मनुखता का नुकसान करदा, उहनूं मार दो, सोचा मनु। पर ऐसे कई दयावान ने जैन धर्म या होर सिखां च भी है, जिहड़े इस गल नूं भी प्रैफरेंस नहीं दिंदे, क्योंकि गुरु तेग बहादुर साहब कह रहे ने कि मन अचेत पाप ते डर रहे। ਇਹਦੇ अर्थ बन जाने मन अचेत। जे तो मन नूं अचेतता बन लै गए, तू अज्ञानता दे वश हो गए, किसी पाप च ना गल्ला जी, मन दे नाल अचेत लाता, तैनू ज्ञान नहीं है। एक हैगा मन अचेत पाप ते डर रहे, मन ते रोक दईए, हे मना जिहड़ा अचनचेत पाप हुंदा उह तों भी डर, वो भी गलत है। इस करके गुरु प्यारिओ, जदों तुसीं पिंडां च, पंजाब दे पिंडां च तुहाडी आबादी है, पर तुसी कश्मीर च भी है, जम्मू च भी है, इहदे पासे यूपी, कोई इस टाइम वर्ल्ड का मैं बहुत कोई थोड़ा बहुत हिस्सा हो जिथे तुसी ना ही पंजाबी पहुंचे, सिख नहीं पहुंचे। पर मुश्किल है कि तुसी सिर्फ गुरुद्वारा खड़ा किया, एक निशान साहब लाता, गुरुद्वारे में थोड़े बुढ़िया ने गुरु ग्रंथ साहब लिया के रख दिता, तुसी एक ग्रंथी चंगा नहीं पैदा कर सके। अगे जाके जो गुरु कोई नहीं बनया गोबिंद राय तक, तो गोबिंद राय ने एक बड़ी बड़ी जो उन्होंने हुक्म सी भी ये तो घर में लड़ाई होंदी रहती है, सिख तो गुरु पदवी तो लड़ते रहते हैं, 22 मंजियां ढा के बह जाते हैं, ये गल नहीं है। पहला भी कह गए सी बाणी गुरु, गुरु है बाणी, ये दरगाह उतरी बाणी है, सतगुर बचन बचन है सतगुर, सतगुरां दे बचन ही सतगुरु ने। यह सिद्धांत अगे किया गुरु ग्रंथ साहिब, दुनिया का पहला ग्रंथ है जिन्हों गुरु पदवी प्राप्त गुरु गोबिंद सिंह ने कराई। ये दुनिया की सिख कौम पहली है जिहड़ी अपनी बनी हुई परमात्मा की बनाई हुई शक्ल नूं डिस्टर्ब नहीं करती, भाव सिख ना केस कटदा है ना रंगदा है। कुदरत ने क्यों केस लाए ने, इहदे च की उन्हां दा मकसद है। फीमेल नूं क्यों नहीं लाए दाड़ियां, और साडे समाज में जिन्हों दाड़ी नहीं हुंदी उन्होंने असीं खोदा इकबाल करते हैं, जिहदे सिर ते बाल नहीं हुंदे उन्होंने आपां गंजे दा पदवी दित्ती है। जिहदे भी शरीर च कोई भी नुक्स पै गया उन्होंने असीं उहदा नाम भी होर बदल दिता, टीरा रख दिता, भैंगा रख दिता, लुंजा रख दिता, गुंगा रख दिता, बोला रख दिता, अन्ना रख दिता, काना रख दिता, छांगा रख दिता, किन्ने क ना गिणीए तुहाडे नाल। इस करके गुरु प्यारिओ, अज तुहानूं इकट्ठे होने का समा आया, तुहाडी संतान एक के दो दो बच्चे रह गए। 10 एक थां ते जाके आया जिथे एक बच्चा 13 साल का मर गया, एक कोई बच्चा है, घर हुण रोंदे सारे। देश विच जे बेरोजगारी है तो रोटी तो भुखे नहीं लोग मर लगे। हुण इन्हां नूं नहीं सी पता भी करोने च किन्ने बंदे मर जाने आ। भोपाल गैस दराख विच 3 लाख बंदा मर गया। किन्ने कुदरत नाल जिहड़ा सिस्टम तोरिया उहदे विच सिस्टम है, वो किसी दे जम्मण मरना एक हुक्म रखिया होया, पर साडे च मौत नूं असीं रोक नहीं सके ते जन्म ते आपां बैन ला दिता। देश गरीब है, देश गरीब है सरमाएदारां करके, बच्चों करके देश गरीब नहीं है। वो नहीं खादा सानू चंगे तरीके नाल बना के, तां असीं गरीबी दे रेखा विच जा रहे हैं। इस करके जिन्ना तो तुसीं पिंडां दे लोग जागोगे ना, तुसीं नशे तो परहेजगार ना होंगे। बड़ी हैरानी की गल है, पंजाब विच ना इत्थे समैक विक सकती है कानून तौर पर, ना भुक्की, ना डोडे, ना फीम, ना कोई चरस, ना कैप्सूल,
ਨਾ ਟ੍ਰਿਮਾਡੋਲ, कोई चीज नहीं विक सकती पंजाब विच, ना पिंडां च देसी शराब निकल सकती है। केवल पंजाब विचों जिहड़ी इन्हां दी हैगी बनाई हुई फैक्टरी शराब दी डिस्टिल कीती है, उहदे विचों ही तुहानूं मिल सकती है। हरियाणे दी शराब नहीं पी सकते। हुण ओह जिहड़ी लिखी है तुहानूं उहदे ते लिख दिता, उहनी बोतल दे उत्ते लिख दिता, पढ़िया लिखा जोग आया, बोतल ते लिख दिता पीना सेहत लई हानिकार है। मैं 5 ml अल्कोहल नहीं कहूंगा हानिकारक, पर जिहड़ी तुसीं पीण लगे आ पाऊए अधीए बोतलां, तुहानूं तां पता नहीं लग्या। इस करके ना तां जिहड़े नशे पींदे ने ना उन्हां कोल पैसा जमा हो सकदा। बेचण वाला पैसा जमा कर लूगा, पीण वाला पैसा नहीं जमा कर सकदा। बुद्धि भ्रिष्ट होएगी, समाज में गलत अंसर पैदा करूगा। दूसरा जिथे वो पैसा नहीं कर सकता, उत्ते सेहत सब तो जरूरी सेहत है। मैं तो दुखी हाँ भी पशुओं को सेहत बारे कोई नॉलेज नहीं, पर वो शराब नहीं पींदे, वो बन्ने हुए ने, झूठ नहीं बोलते। ये धर्मां दा मूल मुद्दा है कि झूठ नहीं बोलना, नशा नहीं लेना, किसी का हक नहीं खाना, किसी नूं दिखाना नहीं है मनुख ने, ते ना ही कदे सख्त संबंधी जिन्ना चਿਰ सिख लड़की ते लड़के दे आनंद कारज रीति अनुसार नहीं होंगे समाज में बैठ के, उन्ना चਿਰ सिख लड़की ते लड़के ने अपने शरीर नूं जाबते च रख के ब्रह्मचर्य आश्रम का पालन करना, शरीर नूं गोठ के रखना, इनू प्रफुल्लित करना, इनू अच्छा बनाना। जदों शादी आनंद कारज सिखां दा, हिंदुआं दा विवाह, ईसाइयां दा निकाह, मुसलमानां दा निकाह, जो थोड़ा आनंद कारज हो जाए, उस तो बाद तुसी पति पत्नी के संबंध में रहना। जीवन काल में पत्नी ने किसी होर गैर मर्द नाल शरीरक संबंध नहीं जोड़ना, यह धर्म है। मर्द ने गैर स्त्री नाल संबंध नहीं जोड़ना शरीर का, एक धर्म है। पशु नहीं ऐसे काम करते। सो गुरु प्यारे वाले ऐसे नशे ने, इन्हां दे बस की गल नहीं है। बेचारे मुड़ के फाह लैके मरन नूं तैयार हो जाते हैं। चल कोई नहीं, बह लैण दे, ठीक है जिद्दां दा है, कोई नहीं। हाँ दुखी है इन्होंने बेचारिਆਂ ਨੂੰ ਪਿੰਡਾਂ ਦੇ ਲੋਕਾਂ ਨੇ ਆ ਜਾਣ ਕੇ ਨਾ ਲੋਕਾਂ ਨੂੰ ਸ਼ਰਾਬ ਪਿਆ ਕੇ ਇਹਨਾਂ ਨੂੰ ਬੁੱਧੂ ਬਣਾ ਦਿੱਤਾ। ਸਿਆਣੇ ਬੰਦਿਆਂ ਨੇ रोकण का जतन नहीं किया। फिर बेचारे इन्हां दी जब बच्चे रोणगे, इस्त्रियां रोणगियां, इन्हां दी मावां रोणगियां। अगली बेनती है गुरु पातशाह रहमत करन कि जब अपने धर्मां दी पालना विच इह गल अगे आई है कि परमात्मा है। यह गल ते धर्म खोड़ शुरू किया गया कि परमात्मा है। तुसीं भी इहनूं कहा एक ओंकार सतनाम उस दी भी है, करता सारी कायनात का रचनहार है, इहदे विच परिपूर्ण भी है। मैक बनाने वाला मैक विच नहीं आया, मैक इत्थे बनाने वाला किते होगा, पर परमात्मा एक ऐसी हस्ती है वो जिहड़ी चीज़ नूं बनांदा उहदे विच भी समो जांदा। कथा करन दो, बोलो ना। अगली बेनती है कि गुरु पातशाह रहमत करन मिल के जावांगे, पैसों की लोड़ नहीं तेरी आंदी, मिल के जावांगे, मिलांगे थोड़ी देर। हुण थोड़ी गल चल रही, कोई नहीं कर देंगे। तेन प्यो भी दसना पैना, हुण तेन हजे प्यो तो दसना, तेन हुण असीं कौन है तेरा प्यो। बे एक टाइम जिहड़ा एक मिनट साडा कीमती है। यह है दूसरी गल पे परमात्मा है। एक धर्म की होर गल मैं आखिरी तुहाडे नाल सांझी करां। धर्म यह कहंदा, हिंदू धर्म 1 साल का सफर दसदा मरण तो बाद। सिख धर्म ने इस गल सहमत है कि रूह नहीं मरदी, शरीर मरदा, शरीर जमदा। रूह का अगे लेखा हुंदा। मेरे ईसाई वीरां ने भी लिख लिख के कागजां ते लिखिया भी परमात्मा की दरगाह च पापां दा फैसला होएगा।
ਹੁਣ ਇਹ ਜਿਹੜੀਆਂ ਗੱਲਾਂ ਸਨ ਵੀ ਰੂਹ ਨਾਲ ਅੱਗੇ ਜਾਣਾ, ਉਹਦੀ ਇੱਥੋਂ ਦੀ ਜੀਵਨ ਦੀ ਸ਼ੈਲੀ ਜੋ ਉਹਨਾਂ ਚੰਗਾ ਮਾੜਾ ਕੀਤਾ ਮੈਮਰੀ ਵਿੱਚ ਜਮ੍ਹਾਂ ਹੋਈ ਜਾਂਦਾ, ਲਿਖਿਆ ਜਾਂਦਾ, ਸੰਸਕਾਰ ਬਣੀ ਜਾਂਦੇ ਨੇ। ਇਹ ਅੱਗੇ ਸਰੀਰ ਸੁੱਟ ਜਾਂਦੀ ਮੈਮਰੀ, ਤੇ ਅੱਗੇ ਇਹਦਾ ਇੱਕ ਹਿੱਸਾ ਨਿਕਲ ਜਾਂਦਾ। ਉਹ ਹਿੱਸੇ ਦੇ ਇੱਕ ਬੋਡੀ ਵੀ ਤਿਆਰ ਕਰ ਲੈਂਦਾ ਜਿਹਦੇ ਸੁਪਨਾਵੀ ਸਰੀਰ ਹੁੰਦਾ। ਮੇਰੀ ਆਪਣੀ ਸੋਚ ਹੈ, ਇਹ ਮੈਂ ਨਹੀਂ ਕਹਿੰਦਾ ਵੀ ਮੈਂ ਗਾਹ ਜਾ ਕੇ ਦੇਖ ਕੇ ਆਇਆ, ਪਰ ਮੇਰੀ ਟੇਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ। ਜੇ ਅੱਜ ਨਹੀਂ ਸਾਇੰਸਦਾਨਾਂ ਨੇ ਇਹਨੂੰ ਕਿਹਾ ਵੀ ਸੂਰਜ ਵੱਡਾ ਹੈ ਧਰਤੀ ਛੋਟੀ ਹੈ, ਨਹੀਂ ਮੰਨ ਲਿਆ। ਹਜੇ ਦੇਖਣ 'ਚ ਸੂਰਜ ਸਾਨੂੰ ਵੱਡਾ ਨਹੀਂ ਨਜ਼ਰ ਆਇਆ। ਜੇ ਸਾਇੰਸਦਾਨਾਂ ਨੇ ਕਿਹਾ ਵੀ ਧਰਤੀ ਘੁੰਮਦੀ ਤੇ ਨਹੀਂ ਮੰਨ ਲਈ। ਹਜੇ ਦੇਖਿਆ ਨਹੀਂ ਅਸੀਂ ਵੀ ਧਰਤੀ ਘੁੰਮਦੀ ਹੈ, ਉਹਨਾਂ ਦੇ ਕਹੇ ਤੇ ਮੰਨ ਲਈ। ਤੇ ਜੇ ਬਾਬਾ ਨਾਨਕ ਕਹਿੰਦਾ ਵੀ ਮਰਨ ਤੋਂ ਬਾਅਦ ਇੱਕ ਪਰਲੋਕ ਦਾ ਸਫ਼ਰ ਹੈ, ਤੇ ਇਹ ਆਪਾਂ ਛੱਡ ਦਿੱਤਾ ਵੀ ਇਹ ਸਾਨੂੰ ਦਿਖਾ ਲਓ। ਧਰਤੀ ਨਹੀਂ ਅਸੀਂ ਪੁੱਛਿਆ ਵੀ ਸਾਨੂੰ ਦਿਖਾਲ ਕਿਵੇਂ ਘੁੰਮਦੀ ਹੈ। ਅਸੀਂ ਨਹੀਂ ਪੁੱਛਿਆ ਵੀ ਸੂਰਜ ਦੱਸ, ਮੈਨੂੰ ਲਾਗੇ ਜਾ ਕੇ ਦੱਸ ਵੀ ਕਿੰਨਾ ਕੁ ਵੱਡਾ ਉਹ। ਇਸ ਕਰਕੇ ਜੋ ਸਾਨੂੰ ਉਹਨੇ ਕਹਿ ਦਿੱਤਾ ਉਹਨਾਂ ਤੋਂ ਮੰਨ ਲਿਆ ਸੀ, ਪਰ ਅਸੀਂ ਜੋ ਸਾਨੂੰ ਗੁਰੂਆਂ ਨੇ ਕਿਹਾ ਉਹ ਗੱਲ ਅਸੀਂ ਮੰਨਣ ਤੋਂ, ਇਹ ਤਾਂ ਅੱਜ ਨਿਕਲੀ ਸਾਇੰਸ, ਪਹਿਲੀ ਵੀ ਹੋਊਗੀ ਕਿਤੇ, ਹੁਣ ਇਹ ਨਵੀਂ ਆਈ ਹੈ। ਹਜੇ ਇਹਨੇ ਕਿਸੇ ਵੀ ਟੌਪ ਨੂੰ ਟੱਚ ਨਹੀਂ ਸਹੀ ਕੀਤਾ। ਹਜੇ ਅੱਗੇ ਚੱਲਦੇ ਰਹਿਣਗੇ, ਇਹਨਾਂ ਨੂੰ ਪਤਾ ਨਹੀਂ ਲੱਗੇਗਾ ਸਾਰੀ ਗੱਲ ਦਾ। ਸੱਤੇ ਸਮੁੰਦਰ ਕਿੱਥੇ ਜਾ ਕੇ ਡਿੱਗਦੇ ਇਹਨਾਂ ਨੂੰ ਨਹੀਂ ਪਤਾ। ਕਿੰਨਾ ਇੰਨਾ ਪਾਣੀ ਇਕੱਠਾ ਹੋਇਆ, 75 ਹਿੱਸੇ ਪਾਣੀ ਹੈ ਤੇ 25 ਹਿੱਸੇ ਜ਼ਮੀਨ ਹੈ। ਇਸੇ ਬੋਡੀ ਬਣਤਰ ਚ 75 ਹਿੱਸੇ ਇਹਦਾ ਚ ਪਾਣੀ ਹੈ ਤੇ 25 ਹਿੱਸੇ ਇਹਦਾ ਚ ਬਾਕੀ ਮਟੀਰੀਅਲ ਹੈ। ਇਸ ਕਰਕੇ ਪਿਆਰਿਓ, ਸਾਡਾ ਸਿਰਫ ਟੌਪਿਕ ਤੁਹਾਡੇ ਨਾਲ ਇੱਕੋ ਸਾਂਝ ਹੁੰਦਾ ਵੀ ਤੁਹਾਡੇ ਵਿੱਚ ਜਾਗਰਤੀ ਆਏ ਆਪਣੇ ਸਿੱਖ ਇਜ਼ਮ ਬਾਰੇ, ਕਿ ਸਿੱਖ ਕੌਣ ਹੁੰਦੇ, ਸਿੱਖ ਕਿਵੇਂ ਬਣਦੇ ਨੇ, ਸਿੱਖਾਂ ਦਾ ਅੱਜ ਗੁਰੂ ਕੌਣ ਹੈ। ਜੇ ਅਸੀਂ ਇਕੱਠੇ ਹੋਵਾਂਗੇ ਸਾਰੀ ਦੁਨੀਆ ਦੇ ਸਿੱਖ, ਚਾਹੇ 1.5% ਹੈ, ਅੱਜ ਕਿੰਨੇ ਲੋਕ ਜਿਹੜੇ ਉਹਨਾਂ ਦੇ ਅੰਦਰ ਇਹ ਗੱਲ ਦੀ ਜਾਗਰਤੀ ਆਈ ਹੈ। ਇੱਕ ਤੁਹਾਡੀ ਕੌਮ ਸੀ ਜਿਹੜੀ ਕਹਿੰਦੀ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਪਰ ਆਪਾਂ ਸਕੇ ਭਰਾ ਦਾ ਬੁਰਾ ਕਰਦੇ ਆ। ਅਗਲੀ ਬੇਨਤੀ ਹੈ ਕਿ ਤੁਸੀਂ ਇੱਕ ਪਹਿਲੀ ਕੌਮ ਸੀ ਜਿਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਇੱਕ ਹਥਿਆਰ ਰੱਖਣਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਉਹ ਹਥਿਆਰ ਜਿਹੜਾ 9 ਇੰਚੀ ਕਿਰਪਾਨ, ਜਿਹੜੀ ਭਾਰਤ ਵਿੱਚ ਸਿੱਖਾਂ ਨੂੰ ਅਲਾਉਡ ਹੈ, ਲੋਕ ਸਭਾ, ਵਿਧਾਨ ਸਭਾ, ਰਾਜ ਸਭਾ ਚ ਪਾ ਕੇ ਜਾਣ ਦੀ ਇਜਾਜ਼ਤ ਹੈ। ਇਹ ਕਿਰਪਾਨ ਪਾ ਕੇ ਮੇਰੀ ਧੀ ਨੂੰ ਫਿਰਨ ਤੋਰਨ ਦੀ, ਭਾਰਤ ਵਿੱਚ ਟ੍ਰੇਨ ਵਿੱਚ ਜਾਣ ਦੀ ਇਜਾਜ਼ਤ ਹੈ। 3.5 ਫੁੱਟੀ ਕਿਰਪਾਨ ਚੁੱਕਣ ਦੀ ਤੁਹਾਨੂੰ ਇਜਾਜ਼ਤ ਹੈ। ਕੇਵਲ ਅਸੈਂਬਲੀ ਤੇ ਜਹਾਜ਼ ਵਿੱਚ ਨਹੀਂ ਜਾ ਸਕਦੇ। ਮੈਂ ਇਹ ਬੇਨਤੀ ਕਰਦਾ ਵੀ ਗੁਰੂ ਨੇ ਸਾਨੂੰ 5 ਕੱਕੇ ਲਾਏ ਨੇ, ਜਿੱਥੇ ਸਾਡੇ ਨਾਮਗਰ ਸਿੰਘ ਤੇ ਕੌਰ ਪਦਵੀ ਜੋੜੀ ਹੈ। ਇਹ ਪਹਿਲੀ ਕੌਮ ਹੈ ਜਿਹੜੀ ਇੱਕ ਨਾਂ ਥੱਲੇ ਬੰਨੀ ਗਈ, ਸਿੰਘ ਤੇ ਕੌਰ। ਇਹ ਜੈਂਡਰ ਦਾ ਫਰਕ ਹੈ, ਕਿਵੇਂ ਅਸੀਂ ਨਾਂ ਰੱਖਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦੇ ਹਾਂ, ਹਰ ਕਾਰਜ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਹਾਂ। ਇਹ ਦੁਨੀਆ ਦਾ ਪਹਿਲਾ ਪ੍ਰਸ਼ਾਦ ਹੈ ਜਿਹਦੇ ਚ ਬਰਾਬਰ ਆਟਾ ਤੇ ਮਿੱਠਾ ਤੇ ਦੇਸੀ ਘਿਓ ਪਾਇਆ ਜਾਂਦਾ। 2 ਬਾਣੀਆਂ ਪੜੀਆਂ ਜਾਂਦੀਆਂ ਇਹਨੂੰ ਤਿਆਰ ਕਰਨ ਲੱਗਿਆ। ਇਹਨੂੰ ਉੱਚੇ ਥਾਂ ਤੇ ਰੱਖਿਆ ਜਾਂਦਾ, ਇਹਦਾ ਸਤਿਕਾਰ ਕੀਤਾ ਜਾਂਦਾ। ਇਹ ਦੁਨੀਆ 'ਚ ਪਹਿਲਾ ਗ੍ਰੰਥ ਹੈ ਜਿਹਨੂੰ ਸਿਰ ਤੇ ਉਠਾਇਆ ਜਾਂਦਾ, ਇਹਦੇ ਅੱਗੇ ਆਵਾਜ਼ਾ ਦਿੱਤਾ ਜਾਂਦਾ। ਦੇਖੋ ਸਵੇਰ ਨੂੰ ਦਰਬਾਰ ਸਾਹਿਬ ਕਿਵੇਂ ਪਾਤਸ਼ਾਹ ਆਉਂਦੇ ਨੇ। ਤੁਹਾਡੇ ਪਿੰਡਾਂ 'ਚ ਕੰਮ ਕੀਤੇ ਜਾ ਸਕਦੇ ਸਨ, ਇੱਕ ਵਧੀਆ ਤੁਸੀਂ ਸਟਾਫ ਰੱਖ ਸਕਦੇ ਸਨ। ਕੀਰਤਨੀਆ ਜਥਾ ਪਿੰਡ ਦੇ ਬੱਚਿਆਂ ਨੂੰ ਸਿਖਾ ਲਓ, ਅਸੀਂ ਸਿਖਾਲਦੇ ਹਾਂ, ਸਾਡੇ ਕੋਲ ਆਓ। ਸਵੇਰੇ ਉੱਠ ਕੇ ਠਹਿਰ ਜਾਓ, ਸਵੇਰ ਨੂੰ ਉੱਠ ਕੇ ਸਾਰੇ ਗੁਰਦੁਆਰੇ ਇਕੱਠੇ ਹੋ, ਪਹਿਲਾਂ ਉੱਥੇ ਤੁਹਾਨੂੰ ਸਕੂਨ ਹੋਏਗਾ। ਸਭ ਤੋਂ ਪਹਿਲਾਂ ਗੁਰੂ ਵਾਲੇ ਬਾਅਦ ਚ ਬਣ ਜਾਓ ਬੇਸ਼ੱਕ, ਪਹਿਲਾਂ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਸ਼ੁਰੂ ਕਰੋ, ਆਪਣੇ ਵਿਰਸੇ ਨਾਲ ਜੋੜੋ। ਤੁਹਾਡੀ ਇੱਕ ਐਸੀ ਅਰਦਾਸ ਹੈ ਦੁਨੀਆ ਵਿੱਚ, ਹਿੰਦੂਆਂ ਦੀ ਪ੍ਰਾਰਥਨਾ, ਈਸਾਈਆਂ ਦੀ ਦੁਆ, ਮੁਸਲਮਾਨਾਂ ਦੀ ਦੁਆ ਤੇ ਸਿੱਖਾਂ ਦੀ ਤੂੰ ਠਾਕਰ ਤੁਮ ਪੈ ਅਰਦਾਸ। ਇਹਦੇ ਚ ਐਸੀ ਬਿਲਡਿੰਗ ਤਿਆਰ ਕੀਤੀ ਹੈ ਜਿਹੜੇ ਬਿਲਡਿੰਗ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ। ਜਿੱਥੇ ਗੁਰੂਆਂ ਦੇ ਨਾਂ ਲੈਣ ਤੋਂ ਬਾਅਦ ਅਸੀਂ ਕਹਿੰਦੇ ਆ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਜਿਨੀ ਬਦਾਵਾ ਲਿਖਿਆ ਉਹਨਾਂ ਦਾ ਬਦਾਵਾ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਪਾੜਿਆ। ਇਹ 300 ਸਾਲ ਦੀ ਗੱਲ ਹੈ, ਕੋਈ ਹਜ਼ਾਰਾਂ ਸਾਲ ਦੀ ਗੱਲ ਨਹੀਂ ਹੈ। ਪਰ ਜਦੋਂ ਤੁਸੀਂ ਸਭ ਕੁਝ ਭੁਲਾ ਕੇ ਤੁਹਾਨੂੰ ਦੇ ਗੰਦੇ ਗੰਦੇ ਗਾਣੇ ਦੇ ਦਿੱਤੇ ਉਹਨੇ ਸਿੰਗਰਾਂ ਨੇ, ਤੁਸੀਂ ਉਹ ਸੁਣਨੇ ਸ਼ੁਰੂ ਕਰ ਦਿੱਤੇ। ਪੰਜਾਬ ਦੀ ਸਰ ਜ਼ਮੀਨ ਹੈ, 6 ਰੁੱਤਾਂ ਦਾ ਦੇਸ਼ ਹੈ ਤੇ ਇੱਥੋਂ ਦੀ ਜ਼ਮੀਨ ਸੋਨਾ ਉਗਲਦੀ ਹੈ। ਜ਼ਮੀਨ ਦੇ ਆਸਰੇ ਤੇ ਤੁਹਾਡੀ ਕਿਰਤਕਾਰ ਹੈ।
ਉਹਦੇ ਵਿੱਚ ਸੜਕਾਂ ਬਣਾਤੀਆਂ, ਬੜਾ ਕੁੱਠੇ ਨਹਿਰਾਂ ਕੱਢੀਆਂ ਸਾਡੀਆਂ। ਮੈਂ ਇਹ ਟੌਪਿਕ ਨੂੰ ਨਹੀਂ ਲੈਣਾ, ਮੇਰਾ ਧਰਮ ਦਾ ਸਬਜੈਕਟ ਹੈ। ਤੁਸੀਂ ਚੁੱਪ ਕਰਕੇ ਪਿੰਡਾਂ 'ਚ ਲੜਦੇ ਆ, ਪਾਰਟੀਆਂ ਬਣ ਗਈਆਂ। ਹੁਣ ਪਤਾ ਨਹੀਂ ਕਿੰਨੇ ਬੰਬ ਫਟਣੇ, ਕੀ ਹੋਣਾ ਇੱਥੇ ਕੀ ਨਹੀਂ ਹੋਣਾ। ਇੰਨਾ ਥੱਕੜ ਮੱਸ ਪਈ ਹੋਈ ਹੈ, ਚੌਧਰ ਦੀ ਇੰਨੀ ਭੁੱਖ ਹੈ। ਤੇ ਸਰਕਾਰ ਨੂੰ ਪਤਾ ਹੁੰਦਾ ਵੀ ਆਹ ਬੰਦਾ ਜਿਹੜਾ ਹੈ, ਉਹ ਜਿਹੜੇ ਵੱਡੇ ਵੱਡੇ ਸਰਮਾਏਦਾਰ ਆ, ਉਹਨਾਂ ਦੇ ਵੀਕ ਪੁਆਇੰਟ ਸਾਰੇ ਸਰਕਾਰਾਂ ਕੋਲ ਹੁੰਦੇ ਨੇ, ਸਾਨੂੰ ਨਹੀਂ ਪਤਾ ਪਿੰਡ ਵਾਲਿਆਂ ਨੂੰ। ਉਹ ਫਿਰ ਉਹਦੇ ਕੁੰਡਾ ਪਾਉਂਦੇ ਨੇ ਵੀ ਤੈਨੂੰ ਆਹ ਤੂੰ ਗਲਤੀ ਕੀਤੀ ਵੀ ਇਹਨਾਂ ਤੂੰ ਘਪਲਾ ਵਿਆਜਿਆ ਵਾ, ਜਾਂ ਤਾਂ ਸਿੱਧਾ ਹੋ ਕੇ ਸਾਡੇ ਨਾਲ ਰਲ ਜਾ, ਨਹੀਂ ਤਾਂ ਤੈਨੂੰ ਕੱਲ ਨੂੰ ਫੜਾ ਦੇਣਾ। ਉਹ ਚੁੱਪ ਕਰਕੇ ਉਹਦੇ ਨਾਲ ਤੁਰ ਜਾਂਦਾ। ਤੁਹਾਨੂੰ ਕੀ ਨਾ ਪੁੱਛਣਾ, ਤੁਹਾਨੂੰ ਤਾਂ ਪੁੱਛਣਾ ਨਹੀਂ ਕਿਸੇ ਨਾ, ਤੁਹਾਨੂੰ ਤਾਂ ਆ ਕੇ ਧੱਕੇ ਨਾ ਕਹਿਣਾ ਪੀ ਲੈ ਤੇ ਵੋਟ ਪਾ ਦੇ। ਜਿੰਨਾ ਚਿਰ ਤੁਸੀਂ ਲੋਕ ਜਾਗੋਗੇ ਨਾ, ਤੁਸੀਂ ਆਪਣੀ ਆਉਣ ਵਾਲੀ ਔਲਾਦ ਨੂੰ ਕੁਝ ਨਹੀਂ ਦੇ ਕੇ ਜਾਓਗੇ। ਔਰ ਪਿਛਲੇ ਬਜ਼ੁਰਗਾਂ ਦੀ ਜਿੱਥੇ ਆਪਾਂ ਕਹਿੰਦੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਹੱਠੀਆਂ ਕੌਣ ਹੱਠੀ ਹੈ? ਜਪੀਆਂ ਕੌਣ ਹੈ? ਜਪੀ ਸਿੱਖਾਂ 'ਚ ਤਪੀਆਂ, ਸਿਦਕਬਾਨਾ ਕਿਹੜਾ ਸਿਦਕਬਾਨ ਸਿੱਖ? ਹੱਠੀਆਂ ਜਪੀਆਂ ਤਪੀਆਂ ਸਿਦਕਬਾਨਾ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਧਰਮ ਹੇਤ ਸੀਸ ਦਿੱਤੇ, ਦੇਗ ਚਲਾਈ ਲੰਗਰ ਦੇਗ ਮੈਨੇ ਤੇਗ ਬਾਹੀ, ਚਰਖੜੀਆਂ ਤੇ ਚੜੇ ਪਿਓ ਪੁੱਤ। ਯਾਰ ਉਹਨਾਂ ਨੂੰ ਜੀਣ ਦਾ ਲਾਲਸਾ ਨਹੀਂ ਸੀ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਾਏ ਮਨੀ ਸਿੰਘ ਵਰਗਿਆਂ ਨੇ। ਕੌਮ ਦਾ 1 ਪੈਸਾ ਨਹੀਂ ਲਾਣ ਦਿੱਤਾ। 5000 ਮੋਹਰ ਦਾ ਠੇਕਾ ਹੋਇਆ ਵਾ ਸੂਬੇ ਲਾਹੌਰ ਨਾਲ, ਤਾਂ ਲੱਗਣ ਦੇਣੀ ਹੈ ਵਿਸਾਖੀ ਦੀਵਾਲੀ। ਤੇ ਜਦੋਂ ਉਧਰ ਸਿੱਖਾਂ ਨੂੰ ਮਾਰਨ ਦੀ ਨੀਤ ਬਣਾ ਦਿੱਤੀ ਹੈ, ਜਦੋਂ ਸਿੱਖਾਂ ਨੂੰ ਸਨੇਹ ਭੇਜ ਦਿੱਤੇ ਗਏ ਵੀ ਨਾ ਆਇਓ, ਉਹ ਤੋਂ ਬਾਅਦ ਫੜ ਲੈਂਦੇ ਨੇ ਮਨੀ ਸਿੰਘ ਨੂੰ ਵੀ ਤੂੰ ਤੈਨੂੰ। ਔਰ ਮਨੀ ਸਿੰਘ ਤੁਹਾਡਾ ਗ੍ਰੰਥੀ, ਬਾਬਾ ਬੁੱਢਾ ਸਾਹਿਬ ਤੁਹਾਡਾ ਗ੍ਰੰਥੀ, ਫੌਜ ਵਿੱਚ ਗ੍ਰੰਥੀ, ਅੰਗਰੇਜ਼ ਨੇ ਤੁਹਾਡਾ ਸੂਬੇਦਾਰ, ਕੁਆਲੀਫਿਕੇਸ਼ਨ BA ਗ੍ਰੈਜੂਏਸ਼ਨ ਨਾਲ, ਗਿਆਨੀ, ਫਿਜ਼ੀਕਲ ਫਿਟਨੈਸ, ਪਿਛਲੀ ਜਾਣਕਾਰੀ ਖਾਨਦਾਨ ਦੀ, ਇਹ ਸਾਰਾ ਕੁਝ ਲੈ ਕੇ ਗ੍ਰੰਥੀਆਂ ਨੇ ਇੰਟਰਵਿਊ ਲੈਣੀ ਫੌਜਦਿਆਂ ਨੇ, ਫਿਰ ਉਹਨੂੰ ਸੂਬੇਦਾਰ ਡਾਇਰੈਕਟ ਭਰਤੀ ਕੀਤਾ ਹੋਇਆ। ਅੱਜ ਤੁਹਾਡੇ ਪਿੰਡਾਂ 'ਚ ਕੋਈ ਗ੍ਰੰਥੀ ਦੀ ਕੋਈ ਹੈਸੀਅਤ ਹੈ? ਉਹਦੀ ਹੈਸੀਅਤ ਕੋਈ ਨਹੀਂ ਰਹੀ। ਤੁਹਾਡਾ ਕੋਈ ਮੁੰਡਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਹੈ, ਕੀਰਤਨੀਆ ਤੁਹਾਡਾ ਮੁੰਡਾ ਬਣਨ ਨੂੰ ਤਿਆਰ ਨਹੀਂ ਹੈ, ਗੰਦੇ ਗਾਣੇ ਮੁੰਡੇ ਤੁਹਾਡੇ ਸਿੰਗਰ ਬਣੇ ਹੋਏ ਨੇ। ਜਿਹਨੀ ਸਾਡੀ ਕੌਮ ਦਾ ਉਹ ਧੱਕਾ ਮਾਰਿਆ, ਜਿਹੜਾ ਧੱਕਾ ਅੱਜ ਸਾਡੇ ਕੋਲ ਸਿੱਧਾ ਨਹੀਂ ਹੋ ਰਿਹਾ, ਇੰਨਾ ਧੱਕਾ ਮਾਰ ਗਏ ਉਹ ਬੰਦੇ। ਤੁਸੀਂ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ, ਤੁਹਾਨੂੰ ਢਾਡੀਆਂ ਦੀਆਂ 12 ਚੰਗੀਆਂ ਨਹੀਂ ਲੱਗੀਆਂ, ਤੁਹਾਨੂੰ ਜਿਹੜੀ ਆਪਣਾ ਵਿਰਸਾ ਸੀ ਉਹਦੇ ਤੋਂ ਤੁਹਾਨੂੰ ਤੋੜ ਕੇ ਨਵੀਂ ਗੱਲ ਨਾਲ ਜੋੜ ਦਿੱਤਾ ਗਿਆ। ਡੇਰੇ ਬਣਾ ਦਿੱਤੇ ਗਏ, ਉਹਨਾਂ ਡੇਰਿਆਂ ਤੇ ਬੜੀ ਚਾਲਸ ਨਾਲ ਸਾਰਾ ਕੁਝ ਕੰਮ ਕੀਤਾ। ਤੁਸੀਂ ਪਿੰਡਾਂ 'ਚ ਬੈਠੇ ਆ ਲੋਕ, ਤੁਹਾਨੂੰ ਮਿਸਯੂਜ ਕਰੀ ਜਾਂਦੇ ਨੇ, ਬਹੁਤ ਸਾਰਾ ਤੁਹਾਡੇ ਤੇ ਪਿਆ ਹੋਇਆ ਦੇਸ਼ ਦਾ। ਐਜੂਕੇਸ਼ਨ ਤੁਹਾਡੀ ਖਰਾਬ ਕੀਤੀ ਜਾ ਰਹੀ ਹੈ ਪੰਜਾਬ ਵਿੱਚ। ਸਿੱਧੇ ਤੌਰ ਤੇ ਗਿਆ ਵਾ ਵੀ 10ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਾ ਕਰੋ। ਆਂਦਾ ਸਕੂਲੇ ਆਂਦੇ ਨਹੀਂ ਆਂਦਾ ਨਾ ਆਂਦੇ। ਸਾਰਖਤਾ ਨਹੀਂ ਸਭ ਤੋਂ ਜ਼ਿਆਦਾ ਪੰਜਾਬ ਦੀ ਅੱਗੇ ਰੱਖੀ ਹੈ ਵੀ ਇੱਥੇ ਸਾਰੇ ਲੋਕ ਪੜ੍ਹੇ ਲਿਖੇ ਨੇ। ਮੈਂ ਹਜੇ ਵੀ ਤੁਹਾਨੂੰ ਪਿੰਡਾਂ 'ਚ ਬੰਦੇ ਕੱਢਦਾ ਜਿਨ੍ਹਾਂ ਨੂੰ ਊੜਾ ਵੀ ਲਿਖਣਾ ਨਹੀਂ ਆਉਂਦਾ। ਸੋ ਗੁਰੂ ਪਿਆਰਿਓ, ਸਾਡਾ ਟੌਪਿਕ ਇੱਕੋ ਹੁੰਦਾ ਵੀ ਤੁਹਾਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤੁਹਾਡੇ 'ਚ ਸਿੱਖੀ ਦਾ ਭਾਵਨਾਵਾਂ ਹੋਣੀਆਂ ਚਾਹੀਦੀਆਂ ਵੀ ਜਿੱਥੇ ਮੈਂ ਭਾਰਤੀ ਹਾਂ ਉੱਥੇ ਮੈਂ ਭਾਰਤੀ ਹਾਂ, ਜਿੱਥੇ ਮੈਂ ਪੰਜਾਬੀ ਹਾਂ ਉੱਥੇ ਕੌਣ ਮੈਂ? ਪੰਜਾਬੀ ਹਾਂ। ਤੇ ਜਿੱਥੇ ਮੈਂ ਸਿੱਖ ਹਾਂ ਪੰਜਾਬੀ, ਉੱਥੇ ਪੰਜਾਬੀ ਸਿੱਖ ਹੈ। ਯੂਪੀ ਦਾ ਵੀ ਸਿੱਖ ਹੈ, ਬਿਹਾਰ ਦਾ ਵੀ ਸਿੱਖ ਹੈ, ਕਰਨਾਟਕਾ ਬਿਦਰ ਦਾ ਵੀ ਸਿੱਖ ਹੈ। ਤੁਸੀਂ ਪੰਜਾਬੀ ਸਿੱਖ ਹੋ, ਇਹ ਸਾਡੀ ਸਟੇਟ ਹੈ। ਪੰਜਾਬ ਲਈ ਲੜਾਂਗੇ ਮਰਾਂਗੇ, ਸਿੱਖੀ ਲਈ ਲੜਾਂਗੇ ਮਰਾਂਗੇ, ਕੰਮ ਕਰਾਂਗੇ। ਭਾਰਤ ਲਈ ਲੜਾਂਗੇ ਮਰਾਂਗੇ, ਕੰਮ ਕਰਾਂਗੇ। ਪਰ ਜਦੋਂ ਤੁਹਾਨੂੰ ਇਹਨਾਂ ਗੱਲਾਂ ਤੋਂ ਧਕੇੜ ਦਿੱਤਾ ਗਿਆ, ਅਰਦਾਸ ਤੁਹਾਨੂੰ ਭੁਲਾ ਦਿੱਤੀ ਗਈ, ਚਰਖੜੀਆਂ ਦੇ ਚੜੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ। ਕਾਹਦੇ ਲਈ ਖੋਪਰੀ ਲਹਾਈ? ਅਨਮੈਰਿਡ ਬੱਚਾ ਹੋ ਤਾਰੂ ਸਿੰਘ, 24 ਸਾਲ ਉਮਰ, ਪਿਓ ਪਹਿਲਾਂ ਸ਼ਹੀਦ ਹੋਇਆ ਵਾ ਗੁਰੂ ਪਾਤਸ਼ਾਹ ਨਾਲ, ਤੇ ਭੈਣ ਵਿਆਹਣ ਵਾਲੀ ਬੈਠੀ ਹੈ, ਆਪ ਹਜੇ ਉਦਾਂ ਆ, ਤੇ ਮਾਂ ਉਹਨਾਂ ਦੋਹਾਂ ਨੂੰ ਪਾਲਣ ਪੋਸ਼ਣ ਕਰਦੀ ਹੈ। ਇੰਨੀ ਛੇਤੀ ਤੁਹਾਨੂੰ ਸਭ ਕੁਝ ਭੁਲਾ ਦਿੱਤਾ ਗਿਆ ਇਹਨਾਂ ਗਾਣਿਆਂ ਨੇ। ਖੂਨ ਕੁਝ ਜਜ਼ਬਾਤ ਆਉਂਦੇ ਆ ਵੀ ਹਰ ਉਹ ਵੀ ਤਾਂ ਜੀਣਾ ਚਾਹੁੰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਕਿੱਥੇ ਰਾਜਪੂਤਾਂ ਦਾ ਮੁੰਡਾ ਫੜ ਕੇ ਕਦੀ ਗੁਰੂ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਪਹਿਲਾਂ ਤੁਹਾਨੂੰ ਜ਼ਮੀਨ ਸਾਰੀ ਦਵਾਈ ਉਹਨੇ, ਉਹਦਾ ਬੱਚਾ 4 ਸਾਲ ਦਾ ਟੋਟੇ ਟੋਟੇ ਕਰ ਦਿੱਤਾ, ਉਹਦੇ ਸਾਹਮਣੇ ਉਹਦੇ ਗਲਾਂ ਚ ਆਂਤੜੀਆਂ ਚ ਹਾਰ ਪਵਾਤਾ।
ਕਿਵੇਂ ਗੁਰੂ ਪਾਤਸ਼ਾਹ ਦੇ ਅੱਜ ਕੱਲ੍ਹ ਕਿੱਦਾਂ ਦੇ ਸਾਡੇ ਦਿਨ ਆਉਂਦੇ, ਅਸੀਂ ਉੱਦਾਂ ਹੀ ਸ਼ਰਾਬਾਂ ਪੀਤੀਆਂ, ਉੱਦਾਂ ਹੀ ਅਸੀਂ ਖਾਣੇ ਖਾਧੇ ਵਧੀਆ ਵਧੀਆ, ਸਾਨੂੰ ਇੰਨਾ ਵੀ ਨਹੀਂ ਦੁੱਖ ਹੋਇਆ ਵੀ 5-6 ਦਿਨ ਅਸੀਂ ਗੁਰਦੁਆਰੇ 'ਚ ਬਹਿ ਕੇ ਨਾਮ ਜਪ ਲਈਏ, ਬਹੁਤਾ ਵਧੀਆ ਮਠਿਆਈ ਚੂਜੀ ਨਾ ਇੱਦਾਂ ਚੀਜ਼ਾਂ ਨਾ ਖਾਈਏ, ਬਹੁਤਾ ਗਮੀ ਦਾ ਮਾਹੌਲ ਵੀ ਨਾ ਹੋਏ, ਬਹੁਤਾ ਖੁਸ਼ੀ ਦਾ ਮਾਹੌਲ ਵੀ ਨਾ ਸਾਬਤ ਕਰੀਏ, ਕੌਮੀ ਪਿਆਰ ਹੁੰਦਾ। ਇਸ ਕਰਕੇ ਜਦੋਂ ਤੁਹਾਡੇ 'ਚ ਕੌਮੀਆਂ ਦੀ ਕਮਜ਼ੋਰ ਕਰ ਦਿੱਤੀ ਗਈ, ਅਗਲੇ ਡੇਰੇ ਖੋਲ ਦਿੱਤੇ, ਜਿਵੇਂ ਧਿਆਨਪੁਰ ਦੇ ਪਾਲੇ ਪਾਸੇ ਕੋਈ ਡੇਰਾ ਖੋਲ ਦਿੱਤਾ, ਕੋਈ ਇੱਧਰ ਡੇਰਾ ਖੋਲ ਦਿੱਤਾ, ਉਹਨਾਂ ਦੀ ਸ਼ਕਲਾਂ ਬੰਦਿਆਂ ਵਰਗੀਆਂ। ਕਈ ਵਾਰ ਮੈਨੂੰ ਇਹ ਕਹਿਣਾ ਪੈਂਦਾ ਕਿ ਜਿਵੇਂ ਪਹਿਲਾਂ ਸਾਡੇ ਇੱਥੇ ਪੰਜਾਬ ਵਿੱਚ ਇੱਕ ਸ਼ਿਕਾਰੀ ਹੁੰਦੇ ਸਨ, ਉਹ ਬਟੇਰੇ ਰੱਖਦੇ ਸਨ, ਬਟੇਰੇ ਪਾਲਤੂ ਰੱਖਦੇ ਸਨ। ਪਾਲਤੂ ਬਟੇਰੇ ਜਿਹੜੇ ਨੇ ਉਹ ਨਹੀਂ, ਉਹਨਾਂ ਨੂੰ ਥੋੜਾ ਕਲਰ ਦੇ ਦੇਣਾ ਮਾੜਾ ਮੋਟਾ। ਉਹ ਬਟੇਰੇ ਜਿਵੇਂ ਇੱਥੋਂ ਦੇ ਬਸੰਤਕੋਟ ਦੇ ਸ਼ਿਕਾਰੀ ਨੇ, ਬਟੇਰੇ ਜਾ ਕੇ ਪਰਲੇ ਪਾਸੇ ਲਾ ਲਓ, ਡਾਲੇ ਜਾ ਕੇ ਡਾਲੇ ਚੱਕ ਵਾਲੇ ਪਾਸੇ ਉੱਥੇ ਆਪਣੀ ਉਹਨਾਂ ਦੀ ਕਣਕ ਛੱਡ ਦੇਣੇ ਬਟੇਰੇ ਆਪਣੇ, ਨਾਲੇ ਜਾਲ ਲਾ ਦੇਣਾ, ਥੋੜਾ ਚੋਗਾ ਪਾ ਦੇਣਾ, ਤੇ ਉਹਨੀ ਸਾਰਿਆਂ ਨਾਲ ਜਿਹੜੇ ਉੱਥੋਂ ਦੇ ਜੰਗਲੀ ਬਟੇਰੇ ਹੋਣੇ ਆ ਕਣਕਾਂ ਵਾਲੇ, ਉਹਨੀ ਬੋਲੀ ਬੋਲਣੀ ਤੇ ਉਹਨੀ ਆ ਜਾਣਾ ਵੀ ਸਾਡੇ ਭਰਾ ਆਏ ਨੇ, ਦੇਖੀਏ ਕੌਣ ਹੈ ਇਹ ਬੰਦਾ, ਇਹ ਸਾਡੇ ਇਲਾਕੇ 'ਚ ਕਿਹੜਾ ਆ ਗਿਆ। ਜਦੋਂ ਨਹੀਂ ਆ ਜਾਣਾ ਤੇ 15-20 ਇਕੱਠੇ ਹੋ ਗਏ ਬਟੇਰੇ, ਤੇ ਸ਼ਿਕਾਰੀ ਨਾਲ ਸਾਰੇ ਇਕੱਠੇ ਕਰ ਲੈਣੇ, ਆਪਣੇ ਵੀ ਤੇ ਉਹ ਵੀ ਪਾ ਲੈਣੇ, ਤੇ ਲਿਆ ਕੇ ਘਰ ਉਹਨਾਂ ਭੁੰਨ ਦੇਣੇ ਉਹ ਸਾਰੇ, ਤੇ ਆਪਣੇ ਕੱਢ ਕੇ ਰੱਖ ਲੈਣੇ ਆਪਣੇ। ਫੇਰ 20 ਕੁ ਦਿਨ ਜਾ ਕੇ ਪਰਲੇ ਪਾਸੇ ਨੂੰ ਜਿਹੜਾ ਮਹਿਮਾ ਚੱਕ ਵਾਲੇ ਪਾਸੇ, ਉੱਥੇ ਜਾ ਕੇ ਚਾਲ ਲਾਤਾ, ਉੱਥੇ ਬਟੇਰੇ ਛੱਡ ਦਿੱਤੇ, ਉੱਥੋਂ ਇਕੱਠੇ ਕਰ ਲਿਆ। ਹੁਣ ਬਟੇਰੇ ਫੜੇ ਕਿਉਂ ਗਏ? ਬਟੇਰੇ ਫੜੇ ਇਸ ਕਰਕੇ ਗਏ ਵੀ ਬਟੇਰਿਆਂ ਦੀ ਬੋਲੀ ਇੱਕ, ਬਟੇਰਿਆਂ ਦੀ ਸ਼ਕਲ ਇੱਕ, ਬਟੇਰਿਆਂ ਦਾ ਚੋਗਾ ਇੱਕ, ਬਟੇਰਿਆਂ ਦਾ ਕੱਦ ਕਾਠ ਇੱਕ, ਭਾਈਬੰਦੀ ਕਰਕੇ ਫੜੇ ਗਏ। ਹੁਣ ਤੁਹਾਨੂੰ ਇਦਾਂ ਕਾਬੂ ਕੀਤਾ ਗਿਆ, ਇੱਕ ਬਾਬਾ ਖੜਾ ਕਰ ਦਿੱਤਾ, ਉਹਦੀ ਏਦਾਂ ਦਾੜੀ ਹੈ ਪੂਰੀ ਰੱਖੀ, ਉਹਨਾਂ ਮੁੱਛਾਂ ਰੱਖੀਆਂ, ਸਿਰ ਤੇ ਆ ਬੰਨੀ ਹੈ, ਹਿੰਦੂ ਦੀ ਟੋਪੀ ਕਿਸ਼ਤੀ ਵਰਗੀ, ਮੁਸਲਮਾਨ ਦੀ ਟੋਪੀ ਗੋਲ, ਅੰਗਰੇਜ਼ ਦਾ ਹੈਡ, ਤੇ ਸਿੱਖ ਦੀ ਦਸਤਾਰ। ਕਿੱਥੇ ਗਈਆਂ ਸਾਡੇ ਨੌਜਵਾਨਾਂ ਦੀਆਂ ਦਸਤਾਰਾਂ, ਜਿਹੜੀ ਸਾਡੀ ਆਨ ਸ਼ਾਨ ਦੀ ਪ੍ਰਤੀਕ ਹੈ। ਵਰਲਡ ਵਿੱਚ ਅਸੀਂ ਦਸਤਾਰ ਦਾ ਦਿਨ ਮਨਾਇਆ। ਇਸ ਕਰਕੇ ਮੇਰਾ ਇੱਕੋ ਟੌਪਿਕ ਹੈ ਵੀ ਤੁਹਾਡੇ ਅੰਦਰ ਕੌਮੀ ਪਿਆਰ ਜਾਗੇ, ਤੁਸੀਂ ਨਸ਼ਿਆਂ ਤੋਂ ਦੂਰ ਹੋ, ਬੱਚਿਆਂ ਨੂੰ ਹਰ ਐਜੂਕੇਸ਼ਨ ਦੇ ਕੇ ਪੰਜਾਬ ਵਿੱਚ ਚੰਗੇ ਤਰੀਕੇ ਨਾਲ ਉਹਨਾਂ ਨੂੰ ਇੱਥੇ SSB ਲੱਗੋ, DC ਲੱਗੋ। ਤੁਸੀਂ ਸਾਰੇ ਦੌੜੇ ਜਾਂਦੇ ਬਾਹਰ ਨੂੰ, ਉੱਥੇ ਜਾ ਕੇ +2 ਕਰਕੇ ਪਤਾ ਨਹੀਂ ਝੂਠੇ ਭਾਂਡੇ ਮੰਜੇ, ਉੱਥੇ ਵੀ ਜਾਣਾ ਤੁਸੀਂ, ਉੱਥੇ ਜਾ ਕੇ ਚੰਗਾ ਬੈਂਕ ਮੈਨੇਜਰ ਲੱਗੋ। ਤੁਹਾਡੇ ਅੱਗੇ 5-7 ਗੋਰੀਆਂ ਕੰਮ ਕਰਦੀਆਂ, ਹੁਣ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਕਰਦੀਆਂ, ਹੁਣ ਤੁਹਾਨੂੰ ਤੁਹਾਡਾ ਦਾੜਾ ਪ੍ਰਕਾਸ਼ ਹੋਏ, ਸਿਰ ਤੇ ਦਸਤਾਰ ਲੱਗੀ ਹੋਏ, ਤੇ ਤੁਸੀਂ ਟੌਰ ਨਾਲ ਆਪਣੀ ਕੁਰਸੀ ਤੇ ਬੈਠੇ ਹੋ, ਐਵੇਂ ਟਰੱਕ ਚਲਾਣੇ ਆ ਤੇ ਝੂਠੇ ਭਾਂਡੇ ਮਾਂਜਣੇ ਆ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਿਆ ਹਾਲ ਹੈ ਸਾਡਾ, ਘਸਿਆਰੇ ਬਣੇ ਹੋਏ ਆ। ਕਿਉਂ ਬਣੇ ਹੋਏ ਆ? ਅਸੀਂ ਆਪਣੇ ਵਿਰਸੇ ਤੋਂ ਟੁੱਟੇ ਹੋਏ ਆ। ਇਸ ਕਰਕੇ ਪਿਆਰਿਓ, ਬੜੀ ਖੁਸ਼ੀ ਹੈ, ਤੁਸੀਂ ਕਾਫੀ ਸ਼ਰਧਾ ਭਾਵਨਾ, ਪਹਿਲੀ ਵਾਰ ਇਸ ਨਗਰ 'ਚ ਸਮਾਗਮ ਹੋਇਆ ਸੰਗਤ ਦਾ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਜੇ ਤੁਸੀਂ ਸਾਲ ਵਿੱਚ ਇੱਥੇ ਖੜ ਗਏ ਵੀ ਇੱਕ ਸਮਾਗਮ ਬਣਾ ਲਓ, ਤੁਸੀਂ ਤਾਂ ਜਿੰਨਾ ਪੈਸਾ ਸਿੱਖਾਂ ਦਾ ਧਰਮ ਦੇ ਨਾਂ ਤੇ ਬਰਬਾਦ ਹੋਇਆ, ਮੈਂ ਇਹਨੂੰ ਬਰਬਾਦ ਕਹਿ ਦਿੰਦਾ। ਹੁਣ ਜਿੱਥੇ ਮਰਜੀ ਗੁਰਦੁਆਰਾ ਬਣਾਤਾ, ਜਿੱਥੇ ਮਰਜੀ ਕੁਝ ਹੋਰ ਕਰਾ ਦਿੱਤਾ, ਜਿੰਨੇ ਮਰਜੀ ਲੰਗਰ ਲਾ ਦਿੱਤੇ, ਜਿੰਨੇ ਬਿਨਾਂ ਲੋੜ ਤੋਂ ਕੁਛ ਨਾ ਕੁਛ ਆਪਣਾ ਦਿਖਾਵੇ ਮਾਤਰ ਕੁਛ ਕੀਤਾ, ਖੰਡ ਪਾਠ ਖਿਲਾਤੇ, ਉਧਰ ਖੰਡ ਪਾਠ ਚੱਲਣਾ, ਦੂਜੇ ਪਾਸੇ ਸ਼ਰਾਬ ਦੀ ਬੋਤਲ ਖੁੱਲੀ ਹੋਣੀ ਹੈ, ਨਾ ਕਿਸੇ ਨਾਲ ਬਹਿ ਕੇ ਪੰਜਾਬੀ ਵਿੱਚ ਪਾਠ ਸੁਣਨਾ, ਨਾ ਕੋਈ ਗੱਲ ਨਾ ਕੋਈ ਬਾਤ, ਨਾ ਤੁਸੀਂ ਤਾਂ ਬਿਲਕੁਲ ਇਹ ਸਾਰਾ ਕੰਮ ਦਾ ਕੰਮ ਹੋਰ ਕੀਤਾ ਹੋਇਆ। ਮੌਤ ਸਿਰ ਤੇ ਖੜੀ ਹੈ, ਭਿਆਨਕ ਹਾਲਾਤ ਹੁੰਦੀ ਜਾ ਰਹੀ ਹੈ, ਬਿਮਾਰੀ ਵੱਧਦੀ ਜਾ ਰਹੀ ਹੈ, ਇਹਦੇ ਨਾਲ ਨਾਲ ਮਹਿੰਗਾਈ ਲੱਖ ਤੋੜਵੀਂ ਆ ਰਹੀ ਹੈ, ਬੇਰੁਜ਼ਗਾਰੀ ਹੋ ਰਹੀ ਹੈ, ਬੱਚਿਆਂ ਦੀ ਐਜੂਕੇਸ਼ਨ ਦਾ ਜਿਹੜਾ ਆਮ ਬੰਦਾ ਬੱਚੇ ਨੂੰ, ਜੇ ਅੱਜ ਦੀ ਜਿੱਦਾਂ ਦੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਪਾਏ ਹੈ, ਤੁਸੀਂ ਸਰਕਾਰੀ ਸਕੂਲਾਂ ਨੂੰ ਘੇਰੋ, ਤੁਸੀਂ ਜ਼ਮੀਨ ਦਿੱਤੀ ਹੈ, ਤੁਸੀਂ ਟੀਚਰਾਂ ਨੂੰ ਪੈਸੇ ਤਨਖਾਹ ਦਿੰਦੇ, ਤੁਹਾਡੇ ਟੈਕਸ ਵਿੱਚੋਂ ਜਾ ਰਹੀ ਸਾਰਾ ਕੁਝ। ਹੁਣ ਮੈਨੂੰ ਇਹ ਵੀ ਦੁੱਖ ਹੈ ਵੀ ਜਦੋਂ ਬਾਹਰ ਤੋਂ ਬਾਹਰ ਦੇ ਆ ਕੇ ਬੰਦੇ ਪੰਜਾਬ ਵਿੱਚ ਨੌਕਰੀ ਕਰਨਗੇ, ਕਾਫੀ ਮੇਰੇ ਭਰਾ ਮਿਹਨਤ ਕਰਕੇ ਬਿਹਾਰ ਅੱਗੇ ਜਾ ਰਿਹਾ ਤੁਹਾਡੇ ਨਾਲ ਪੜ੍ਹਾਈ ਵਿੱਚ। ਪੰਜਾਬ ਵਿੱਚ ਨੋਬਲ ਪ੍ਰਾਈਜ਼ ਲੈਣ ਵਾਲਾ ਕੋਈ ਮੁੰਡਾ ਨਹੀਂ ਲੱਭਦਾ, ਚੰਗੀਆਂ ਪੋਸਟਾਂ ਤੇ ਜਾਣ ਦੀ ਤੁਹਾਡੀ ਰੁਚੀ ਨਹੀਂ ਰਹੀ, ਤੁਸੀਂ ਡਰ ਗਏ ਹੋ ਪੰਜਾਬ ਵਿੱਚੋਂ ਵੀ ਸਾਨੂੰ ਮਾਰ ਦੇਣਾ। ਨਹੀਂ, ਠੀਕ ਹੈ, ਮਰ ਜਾਵਾਂਗੇ, ਜਦੋਂ ਆਣੀ ਹੈ ਤਾਂ ਮਰੇ ਜਾਵਾਂਗੇ, ਉੱਥੇ ਜਾ ਕੇ ਐਕਸੀਡੈਂਟ ਹੋ ਕੇ ਮਰਨਾ ਹੋਊਗਾ, ਮਰ ਜਾਵਾਂਗੇ। ਸਿਸਟਮ ਠੀਕ ਹਾਜ਼ੀ ਕਰਨਾ, ਜੇ ਅਸੀਂ ਇਹ ਭੱਜਦੇ ਰਹੇ ਤਾਂ ਸਿਸਟਮ ਕਿਵੇਂ ਠੀਕ ਹੋਊਗਾ? ਇਸ ਕਰਕੇ ਥੋੜਾ ਜਾਗਰੂਕ ਕਰੋ। ਅਗਲੀ ਮੇਰੀ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਕਰਨ ਰਹਿਮਤ, ਜਿਹੜੇ ਤੁਹਾਡੀ ਵਿਸ਼ੇਸ਼ਤਾਵਾਂ ਨੇ, ਇਹ ਦੇਖ ਤੁਸੀਂ ਖੁਸ਼ੀ ਤੇ ਗਮੀ ਵਿੱਚ ਹਰ ਟਾਈਮ ਤਿਆਰ ਕਰਦੇ ਆ। ਸਿੱਖ ਦਾ ਹਰ ਕਾਰਜ ਪਹਿਲਾਂ ਗੁਰੂ ਅੱਗੇ ਅਰਦਾਸ ਕਰਨੀ ਆ, ਫਿਰ ਮਿਹਨਤ ਕਰਨੀ ਆ, ਕਿਰਤ ਕਰਨੀ ਆ। ਆ ਬੇਲੜਾ ਦੀ ਤੁਸੀਂ ਪੂਜਾ ਸ਼ੁਰੂ ਕਰ ਦਿੱਤੀ ਹੈ, ਤੁਸੀਂ ਇਹਨਾਂ ਕੋਲ ਮਤ ਜਾਓ,
कोई मुसलमान ऐदा कितने नहीं तुरिया फिरदा, वो सारे 5 टाइम नमाजा करते हैं, ट्रक रोक के करते हैं, सुनता कराते हैं, अल्लाह ते सिदका ते मुहम्मद ते यकीन है। बस 75 साल में 2 बार उन्होंने बेअदबी हुई है कुरान की, मेरा ख्याल 1 बार या 2 बार। थोड़ी इत्थे 600 बार हो रही है। वो थानू छेड़ छेड़ के देखते हैं भी इन्हां च किन्नी की जुरत रह गई है धर्म की, हजे वो थोड़े खत्म होंदी है। उन्होंने पता भी इन्हां च की हालत है। एक बार तुसीं इकट्ठे होके बरगाड़ी बैठे हैं, हुण तुसीं किसानी मोर्चे सारे बंदे चले, मैनूं बड़ी खुशी है, मजदूर भी इकट्ठे हो गए, भारत दीआं बाकी दिशावां तो भी आ गए, पर तुसीं धर्म दे नां ते किते इकट्ठे होके बैठण जोगे नहीं, आगू तुहाडे नकारे है। इस करके प्यारिओ अपने विरसे नूं संभालो। यह पहली जिहड़ा गुरुद्वारे दे नाल लंगर हाल तैयार करना, इसी जात पात तो उपर उठालना तुहानूं। पर अज तुहाडे च ओहे जातां बड़ियां होईयां हिंदू वालियां। ये दुनिया की इको हिंदुस्तान है जिथे जातां दी पुछ पड़ताल है। इस करके गुरु नानक दे नाल ना तो ब्राह्मण रलिया ना राजपूत रलिया। जो खंडे की पौल छकाई वो नहीं रले दोए, आंदे सानूं इन्हां नीवियां दे नाल बिठालण लगे हैं, असीं कदे नहीं बैठांगे। ये तो साडी पैर की जुत्ती वर्गे ने। जनानी नूं इन्हां दब के रखिया, ये जनानी नूं जो बराबरता दी गुरु नानक ने चुक के इन्हां नूं अपना बराबर विरसा संभालिया। इन्होंने भी अज इन्होंने जो दसिया नहीं, एक चंगा ग्रंथी रखा होए, घरों घरी जाके सिक्खी का प्रसार करे भी भाई नशा नहीं पीना पिंड च। जिहड़ा नशा पींदा उहदे आनंद कारज नहीं होणगे, उन्हें कोई कुड़ी नहीं सिख दऊगा, समाजिक बाईकाट किया जाएगा, होर कुछ भी नहीं। अज किहड़ा केस कर देना किसी ते, किसी दे बाबे कोल नहीं जाना, सिर्फ गुरुद्वारे बैठना सवेर नूं ते शाम नूं 2 टाइम बैठना। हौली हौली बाणी ने अंदर घर करना। बहुती औखी बाणी नहीं है, किन्नी क औखी है बाणी। प्रभ का सिमरन सब ते जिहड़ा बार बार मन दौड़दा ख्याल आंदे ने, उन्हां ख्यालां नूं तरतीब देनी है। जिवें एक घोड़ा बन लिया, घोड़े नूं किले नाल बन दिता, घोड़ा हुण किले दी बदूद विच घुमदा, खलोंदा नहीं, वो तुरिया रहिंदा, पर रहिंदा किले दी नाल नाल, दूर नहीं जांदा। इदां सिख ने गुरबाणी ते नाम दे नाल नाल रहना, काम कार करदे आ। मन के 3-4 पहलू होंगे ने। एक पहलू असीं नाम बाणी च रखना, जिवें बीबी लंगर तैयार करती है, वो गाने भी बोलती है गंदे, तो उहदे नाल चंगा जपजी साहब दे पाठ। जे गंदे गाने की गंदी तसीर है तो जपजी साहब की भी कोई तसीर है। इस करके मेरियां धीआं नूं बड़ी लोड़ है, इन्हां दी कुख चो जिहड़ा बच्चा निकलना वो किन्ना ईमानदार ते मेहनती ते किन्ना लोक भलाई दे काम करे। सेवा ते सिमरन दा समेल इस धर्म विच जोड़िया। गरीब अमीर नूं बराबर करके, अमीर नहीं गुरु नाल रलण नूं तैयार, हजे भी अमीर गुरु नाल रलण नूं तैयार नहीं गा है। ते तुसीं अपने आप नूं अमीर ना समझो। एक नवी रेवोल्यूशन इत्थे लियांदी, किरत नूं प्रधानता दित्ती। इत्थों तक लिखिया, ज्ञान बहूणा गावे गीत, ज्ञान होया नहीं उदी धार्मिक गीत गांदा है। भुखे मुल्ला घरे मसीत, ओ मुल्ला तू अपनी रोटी की खातर मसीत बना बैठा, घर बना के बैठा मसीत नूं। गुर भुखे मुल्ला घरे मसीत, फकर करे कन पढ़ाए, फकर करे होर जात गवाए, मुखट्टू होए के कन पढ़ाए। कम करनों जी नहीं किया, कन पढ़ ले। किन्ना गुरु पातशाह ने उस गुरु नानक साहब का शब्द है, गुर पीर सदाए मंगण जाए। अपने आप को आखे भी मैं गुरु होना, मैं थोड़ा पीर होना, तो मैनू दो, मैनू कपड़े दो, मैनू एक बोरी दाणियां दी दो, मैनू 2000 रुपया दो जी, मैं इत्थे गुरुद्वारे की गुंज बनानी। तेरी गुंज खोणो इत्थे पाला लगन दिया। जिन्ना चिर तुहानू सोझी नहीं आऊगी, हर पिंड तक वधिया गुरुद्वारा साहब रखो, उहदे नाल लंगर हाल मेनटेन करके रखो, कुड़ियां दे आनंद कारज गुरुद्वारे च करो, सिख रहत मर्यादा अनुसार करो। मैं थोनू जे रहत मर्यादा टॉप के लम्मा तो तुसी हैरान हो जाओगे भी साडा आनंद कारज लिखिया किवें है। आनंद कारज दे टाइम कोई शगन थिथ बार विचारन दी सिख नूं कोई लोड़ नहीं है। शराब आनंद कारज च मना, कंजरी दा नाच मना। मेरियां धीआं तां हुण जागो कड्ढण लग पईआं। ये तां कम्मे सारा खराब हो गया वा। कुछ सिस्टम विच चलांगे, उस सिस्टम नूं जाके लैके अगे लैके चलांगे प्यारिओ। इस करके साडी हथ जोड़ के यह बेनती होंदी है फिर गुरुद्वारे दे नाल लंगर हाल होए। ये पहला गुरु है जिहड़ा गरीब नमाज बनिया, नमाणियां दा मान, नताणियां दा ताण, न्योटियां दी ओट, नियासरियां दा आसरा, नगत्यां दी गत, नधरियां दी धिर।
ਔਰ ਤੁਸੀਂ ਦੇਖ ਲਿਆ ਜੇ ਗੁਰੂ ਅੰਗਦ ਦੇਵ ਜੀ ਨੇ ਵਰ ਦਿੱਤੇ ਅਮਰਦਾਸ ਨੂੰ, ਤੇ ਅਮਰਦਾਸ ਸਭ ਤੋਂ ਪਹਿਲਾਂ ਉਸ ਰਾਮਦਾਸ ਨੂੰ, ਜਿਹਦੇ ਮਾਂ ਤੇ ਪਿਓ ਦੋਏ ਚਲਾਣਾ ਕਰ ਗਏ ਨੇ, 3 ਬੱਚੇ ਨੇ, 7 ਸਾਲ ਦੀ ਉਮਰ ਚ ਯਤੀਮ ਤਿੰਨੇ ਹੋ ਜਾਂਦੇ ਨੇ, ਦੁਕਾਨ ਬੰਦ ਹੋ ਗਈ ਹੈ, ਉਹਨਾਂ ਨੂੰ ਚੁੱਕ ਕੇ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਣਾ ਤੇ ਉਹਨਾਂ ਦੇ ਅੰਦਰ ਨਾਨਕ ਦੀ ਜੋਤ ਰੱਖ ਦੇਣੀ। ਇਹ ਸੀ ਨਿਮਾਣਿਆਂ ਦਾ ਮਾਣ, ਜਿਹਨੂੰ ਕਿਸੇ ਨਾਲ ਉਂਗਲੀ ਨਹੀਂ ਫੜੀ। ਇਹ ਤੁਹਾਡਾ ਮਿਸ਼ਨ ਸੀ, ਅੱਜ ਤੁਸੀਂ ਉਸ ਮਿਸ਼ਨ ਤੋਂ ਉਖੜ ਚੁੱਕੇ ਹੋ। ਤੁਹਾਡੀ ਵੀ ਦੌੜ ਪੈਸੇ ਵਾਲੇ ਪਾਸੇ ਲੱਗੀ ਹੋਈ ਹੈ। ਪੈਸਾ ਚਾਹੀਦਾ ਸਿੱਖਾਂ ਦੇ ਘਰ, ਪਰ ਬੇਈਮਾਨੀ ਦਾ ਨਹੀਂ ਚਾਹੀਦਾ, ਠੱਗੀ ਦਾ ਇੱਕ ਵੀ ਪੈਸਾ ਤੁਹਾਡੇ ਘਰ ਨਹੀਂ ਆਉਣਾ ਚਾਹੀਦਾ। ਕਿੰਨੇ ਡੰਕੇ ਦੀ ਜੋਟ ਨਾਲ ਗੁਰੂ ਨਾਨਕ ਨੇ ਕਿਹਾ, ਹੱਕ ਪਰਾਇਆ ਨਾਨਕ ਉਸ ਸੂਰ। ਉਹ ਮੁਸਲਮਾਨਾ, ਤੂੰ ਕਿਸੇ ਦਾ ਹੱਕ ਖਾਣਾ ਤੇ ਸੂਰ ਖਾਣ ਲਿਆ। ਉਹ ਹਿੰਦੂ ਵੀਰਾ, ਜੇ ਤੂੰ ਕਿਸੇ ਦਾ ਹੱਕ ਖਾਣਿਆ ਤੂੰ ਗਾਈ ਖਾਣ ਲਿਆ। ਉਹ ਨਾਨਕ, ਅੱਜ ਅਸੀਂ ਉਹਦੀ ਇਹ ਕਦਰ ਪਾਈ, ਇਹ ਮੈਨੂੰ ਦੁੱਖ ਹੈ। ਇੱਕ ਨੇ ਬਹੁਤ ਸੋਹਣਾ ਲਿਖਿਆ ਕਿ ਪੈਗਾਮ ਨਾਨਕ ਕੀ ਕੌਮ ਨੇ ਜਰਾ ਪ੍ਰਵਾਹ ਨਾ ਕੀ। ਜੋ ਨਾਨਕ ਪੈਗਾਮ ਲੈ ਕੇ ਆਏ, ਉਹਨਾਂ ਦੀ ਕੌਮ ਨੇ ਉਹਦੀ ਕੋਈ ਇੱਜ਼ਤ ਨਹੀਂ ਕੀਤੀ। ਬਰਛਾ ਰਹਿਮਤ ਹੋਈ, ਜ਼ਮੀਨ ਕਾਬਲ ਨਾ ਥੀ। ਬਰਖਾ ਤਾਂ ਹੋਈ ਰਹਿਮਤ ਦੀ, ਪਰ ਜਿਹੜੀ ਬਰਖਾ ਪੈ ਗਈ ਉਹ ਨਕਾਰੀ ਜ਼ਮੀਨ ਤੇ ਪੈ ਗਈ। ਪਰ ਨਹੀਂ, ਇਹ ਜ਼ਮੀਨ ਪ੍ਰੋਡਕਸ਼ਨ ਕਰਨੀ ਹੈ, ਇਹਦੇ ਵਿੱਚੋਂ ਚੀਜ਼ ਕੱਢਣੀ। ਆਪਾਂ ਯਤਨਸ਼ੀਲ ਹੋਣਾ, ਇਸ ਗੱਲ ਨੂੰ ਲੜੀ ਬਾਹਰ ਲਿਆਉਣਾ ਹੈ। ਯਤਨ ਕਰਾਂਗੇ ਤੇ ਸਭ ਕੁਝ ਹੋਏਗਾ। ਤੇ ਗੁਰੂ ਪਾਤਸ਼ਾਹ ਰਹਿਮਤ ਕਰਨ ਤੁਹਾਡੇ ਪਿੰਡਾਂ ਦਾ ਹਾਲਾਤ। ਮੇਰਾ ਪਿੰਡ ਮੇਰਾ ਘਰ, ਇੱਥੋਂ ਖੜਾ ਹੋਣਾ ਤੁਹਾਨੂੰ। ਭਾਵ ਮੇਰਾ ਘਰ ਤਾਂ ਸੁਖੀ ਹੈ ਜੇ ਮੇਰਾ ਪਿੰਡ ਸੁਖੀ ਹੈ। ਤੇ ਅੱਗੇ ਇਕੱਠ ਤੋਂ ਬਿਨਾ ਇਹ ਗੁਰੂ ਪਾਤਸ਼ਾਹ ਨੇ ਜੋ ਤੁਹਾਨੂੰ ਇਕੱਠੇ ਜਾਤਾਂ ਪਾਤਾਂ ਮੁਕਾ ਕੇ ਇਕੱਠੇ ਕੀਤਾ, ਫਿਰ ਤੁਹਾਡੇ ਚ ਇਹਦੇ ਤੇ ਵੀ ਮੈਂ ਉਹ ਕਹਿੰਦਾ ਜਾ ਰਿਹਾ ਸੀ, ਇਸੇ ਤਰੀਕੇ ਨਾਲ ਤੁਹਾਨੂੰ ਨਹੀਂ ਉਹ ਪੱਗ ਬੱਧ ਸਿੱਖਾਂ ਵਾਲੀ ਬੰਨੀ ਹੈ, ਦਾੜੀ ਰੱਖੀ, ਨਾ ਮਗਰ ਸਿੰਘ ਲੱਗੇ ਹੈ, ਤੇ ਤੁਸੀਂ ਉਹਨਾਂ ਦੇ ਪੈਰਾਂ ਤੇ ਜਾ ਕੇ ਮੱਥੇ ਟੇਕੀ ਜਾਂਦੇ ਆ। ਉਹਨੇ ਤੁਹਾਨੂੰ ਚੇਲੇ ਬਣਾ ਲਿਆ। ਉਹ ਬਟੇਰੇ ਸੀ, ਛੱਡੇ ਵੇ ਕਿਸੇ ਦੇ, ਬੋਲੀ ਤੁਹਾਡੀ ਸੀ, ਮਸ਼ੀਨ ਲੈ ਲਿਆ, ਚੋਗਾ ਲੈ ਲਿਆ ਗੁਰੂ ਗ੍ਰੰਥ ਸਾਹਿਬ ਤੋਂ, ਤੇ ਸ਼ਕਲ ਤੁਹਾਡੀ ਸੀ, ਤੇ ਤੁਹਾਡੇ ਗੁਰੂ ਬਣ ਗਏ, ਤੁਸੀਂ ਉਹਨਾਂ ਨੂੰ ਗੁਰੂ ਬਣਾ ਲਿਆ। ਤੇ ਗੁਰੂ ਗੋਬਿੰਦ ਸਿੰਘ ਨੇ ਗੁਰੂ ਬਣਾਇਆ ਸੀ, ਸ਼ਬਦ ਗੁਰੂ, ਸ੍ਰੀ ਗੁਰੂ, ਗਿਆਨ ਨੂੰ ਗੁਰੂ ਰੱਖਿਆ ਸੀ। ਇੱਥੋਂ ਅਸੀਂ ਉੱਕ ਗਏ। ਉਹ ਫਿਰ 1 ਗੁਰੂ ਬਣਿਆ, 2 ਗੁਰੂ ਬਣੇ, 3 ਗੁਰੂ ਬਣੇ। ਹੁਣ ਮੇਰਾ ਖਿਆਲ ਪੰਜਾਬ ਵਿੱਚ ਜੇ ਮੈਂ ਗਿਣਤੀ ਕਰਾਂਗੇ ਸਿੱਖਾਂ ਦੇ ਗੁਰੂਆਂ ਦਾ, ਤੇ ਘੱਟੋ ਘੱਟ ਸੈਂਕੜਿਆਂ ਤੱਕ ਚਲੇ ਗਏ ਹੋਣੇ। ਤੇ ਜੇ ਸੈਂਕੜਿਆਂ ਤੱਕ ਗਏ ਤੇ ਹਜ਼ਾਰਾਂ ਤੱਕ ਚਲੇ ਜਾਣ। ਤੇ ਹਾਲਤ ਉਹੀ ਪੰਜਾਬੀਆਂ ਦੀ, ਇਹ ਨਹੀਂ ਵੀ ਸੁਧਰ ਗਏ। ਕਿਸੇ ਗੁਰੂ ਨੇ ਇਹਨਾਂ ਦਾ 10ਵਾਂ ਦੁਆਰ ਖੋਲ ਦਿੱਤਾ, ਜਾਂ ਕਿਸੇ ਨੇ ਇਹਨੂੰ ਨੌਕਰੀ ਦਵਾ ਦਿੱਤੀ, ਜਾਂ ਕਿਸੇ ਨੇ ਇਹਨਾਂ ਨੂੰ ਕੋਈ ਬਹੁਤ ਰਾਹਤ ਦੇ ਦਿੱਤੀ ਹੈ। ਇਹ ਕੋਈ ਗੱਲ ਨਹੀਂ ਹੋਈ। ਗੱਲ ਚੁੱਲ ਕੇ ਹੋਣੀ, ਸਿਧਾਂਤ ਨਾਲ ਰਹਿਤ ਆਣੀ ਸੀ, ਸਿਧਾਂਤ ਨਾਲ ਜੀਵਨ ਨੂੰ ਸੰਤੋਸ਼ ਆਣਾ ਸੀ। ਜਿਵੇਂ ਮੈਂ ਬੇਨਤੀ ਕਰਦਾ ਜਾ ਰਿਹਾ ਸੀ, ਉਹ ਹਾਥੀ ਨੇ ਫੜਿਆ ਜਾਂਦਾ, ਇਦਾਂ ਬੰਦੇ ਦੇ ਨਾਲ 5 ਚੀਜ਼ਾਂ ਲੱਗੀਆਂ ਨੇ। ਇੱਕ ਭੰਬਟ ਹੈ, ਭੰਬਟ ਨੂੰ ਸ਼ੁਕਰ ਹੈ ਉਹਦੇ ਚ ਗੁਰੂ ਨੇ ਪਾਈ ਹੋਈ ਹੈ, ਐਸੀ ਕਾਲਪੁਰਖ ਨੇ, ਦੀਵੇ ਦੀ ਲਾਟ ਵੱਲ ਨੂੰ ਦੌੜਦਾ। ਉਹ ਮਰ ਜਾਂਦਾ, ਦੇਖਣ ਤੋਂ ਪਿੱਛੇ ਨਹੀਂ ਹਟਦਾ, ਉਹਨੂੰ ਰੂਪ ਦੇਖਣ ਦੀ ਆਦਤ ਹੁੰਦੀ ਹੈ। ਇੱਕ ਇੰਦਰੀ ਨਾਲ ਉਹ ਮਰ ਗਿਆ, ਇੱਕ ਇੰਦਰੀ ਨਾਲ ਉਹ ਫੜਿਆ ਗਿਆ। ਇੱਕ ਇੰਦਰੀ ਤੁਹਾਡੇ ਨਾਲ ਹੋਰ ਹੈ ਲਾਈ ਹੋਈ, ਉਹ ਕੰਨ ਨੇ, ਕੰਨਾਂ ਦਾ ਆਵਾਜ਼ ਸੁਣਦੇ ਨੇ। ਇੱਕ ਹਿਰਨ ਫੜਦੇ ਨੇ ਤੇ ਉਹਨੂੰ ਘੰਡੇ ਹੜੀ ਦੀ ਆਵਾਜ਼ ਵਜਾਉਂਦੇ ਨੇ। ਜਦੋਂ ਵੀ ਆਵਾਜ਼ ਵੱਜੇ, ਉਹ ਹਿਰਨ ਜਿਵੇਂ ਸੱਪ ਬੀਨ ਤੇ ਮੋਤ ਹੁੰਦਾ, ਐਦਾਂ ਹਿਰਨ ਉੱਥੇ ਦੌੜ ਕੇ ਆ ਜਾਂਦਾ। ਚਾਹੇ ਉਹਨੂੰ ਤੀਰ ਮਾਰ ਕੇ ਮਾਰ ਦੋ, ਉਹ ਪਿੱਛੇ ਨਹੀਂ ਹਟ ਸਕਦਾ। ਆਵਾਜ਼ ਉਹਨੂੰ ਇੰਨੀ ਪਿਆਰੀ ਲੱਗਦੀ, ਉਹ ਸਪੈਸ਼ਲ ਆਵਾਜ਼ ਹੁੰਦੀ ਹੈ। ਉਹ ਫੜਿਆ ਗਿਆ ਕੰਨਾਂ ਨਾਲ, ਅੱਖਾਂ ਨਾਲ ਭੰਬਟ ਮਾਰਿਆ ਗਿਆ, ਦੂਸਰੀ ਇੰਦਰੀ ਨਾਲ ਹਾਥੀ ਫੜਿਆ ਗਿਆ। ਹੁਣ ਰਹਿ ਗਈ ਤੁਹਾਡੀ ਨਾਸਿਕਾ, ਇਹ ਗਿਆਨ ਇੰਦਰੀ ਹੈ, ਇਹ ਤੁਹਾਨੂੰ ਸਮੈਲ ਦੱਸਦੀ ਹੈ, ਬਦਬੂ ਤੇ ਖੁਸ਼ਬੂ। ਇਹ ਜਦੋਂ ਭੰਬਰਾ ਹੁੰਦਾ, ਉਹ ਕਮਲ ਤੇ ਆ ਕੇ ਬਹਿ ਜਾਂਦਾ ਤੇ ਸਾਰਾ ਦਿਨ ਉਹਨੂੰ ਆਨੰਦ ਲੈਂਦਾ, ਸਮੈਲ ਲੈਂਦਾ, ਉਹਦੀ ਖੁਰਾਕ ਹੁੰਦੀ ਹੈ। ਪਰ ਸ਼ਾਮ ਨੂੰ ਕਮਲ ਬੰਦ ਹੁੰਦਾ, ਉਹ ਉੱਡਦਾ ਨਹੀਂ ਗਾ, ਉਹਦੀਆਂ ਪੰਖੜੀਆਂ 'ਚ ਤਿੱਖੇ ਤਿੱਖੇ ਸੂਏ ਹੁੰਦੇ ਨੇ, ਉਹ ਭੰਬਰੇ ਦੇ ਪਿੰਡੇ 'ਚ ਵੜ ਜਾਂਦੇ ਨੇ, ਭੰਬਰਾ ਮਰ ਜਾਂਦਾ। ਭਾਵ ਸਮੈਲ ਲੈਣ ਤੋਂ ਨਹੀਂ ਹਟਿਆ, ਉੱਥੇ ਮੌਤ ਹੋ ਗਈ। ਅੱਖਾਂ ਤੋਂ ਠੀਕ ਨਹੀਂ ਰਿਹਾ, ਇੱਕੋ ਥਾਂ ਤੇ 5 ਚੀਜ਼ਾਂ ਜਿਹੜੀਆਂ ਮਾਰ ਦਿੱਤੀਆਂ। ਜਿਹੜੇ ਕੱਲੇ ਕੱਲੇ ਜਵਾਨ ਮੱਛੀ ਮਰ ਗਈ ਹੈ, ਪਲੀ ਹੋਈ ਹੈ ਦਰਿਆ ਵਿੱਚ, 8, 9, 10 ਕਿਲੋ ਦੀ ਹੈ। ਤੁਸੀਂ ਇੰਨਾ ਕੁ ਗੰਡੋਆ ਲਾ ਕੇ ਭੇਜਿਆ ਤੇ ਉਹਨੂੰ ਹੱਥ ਪਾਇਆ ਰੱਜੀ ਹੋਈ ਨਾ, ਤੇ ਉਹਦਾ ਗੰਡੋਏ ਨਾਲ ਤੁਸੀਂ ਖੱਟੇ ਕੱਢ ਕੇ ਬਾਹਰ ਲਿਆਂਦੀ ਹੈ। ਇਹ ਹੈ ਇੰਦਰੀਆਂ ਜਿਹੜੀਆਂ ਤੁਹਾਨੂੰ ਪੰਜੇ ਇਕੱਠੇ ਕਰਕੇ ਤੁਹਾਨੂੰ ਗਲਤ ਪਾਸੇ ਪ੍ਰੇਰਦੀਆਂ ਨੇ। ਤੇ ਗੁਰੂ ਨੇ ਇਹਨਾਂ ਦੀ ਸਹੀ ਵਰਤੋਂ ਦੱਸੀ ਹੋਈ ਹੈ। ਕੰਨਾਂ ਨਾਲ ਕੀ ਸੁਣਨਾ, ਕੀ ਨਹੀਂ ਸੁਣਨਾ, ਅੱਖਾਂ ਨਾਲ ਕਿਵੇਂ ਦੇਖਣਾ, ਕਿਵੇਂ ਨਹੀਂ ਦੇਖਣਾ, ਕੀ ਦੇਖਣਾ, ਕੀ ਨਹੀਂ ਦੇਖਣਾ, ਮੂੰਹ ਨਾਲ ਕੀ ਬੋਲਣਾ, ਕੀ ਨਹੀਂ ਬੋਲਣਾ, ਕੀ ਖਾਣਾ, ਕੀ ਨਹੀਂ ਖਾਣਾ। ਇਹਦੇ ਨਾਲ ਨਾਲ ਪੈਰਾਂ ਨਾਲ ਕਿੱਧਰ ਨੂੰ ਤੁਰਨਾ,
किधर नूं नहीं तुरना। हत्थां नाल ठगियां बेईमानियां झूठ बोलना कि इन्हां हत्थां नाल मनुखता दी सेवा करनी है, अपने शरीर नूं मेनटेनेंस रखनी है। ये गल्लां सारियां ही गुरबाणी विच तुहानूं भरावो दित्तियां होईयां ने। ते इस करके असीं इकट्ठे तां हुंदे हैं जे असीं अपने गुरु दे बचनां नूं पंजाबी च लिखी चीज़ नूं तां नहीं जनतक कीता, क्योंकि हिंदू ने संस्कृत च ग्रंथ रखे, हर बंदे नूं पढ़न दा हक नहीं दिता, अपने कोल रखिया ज्ञान ताकि लोकां नूं पता ना लगे सारी गल दा। असीं बुद्धू बने रहे। अज सिखां च भी उही हालत है। एक कोई ग्रंथी जिद्दां दा मर्जी है, तुहानूं नहीं पता भी इहनूं की आंदा की नहीं आंदा। तुसीं उहदे पाठ पढ़ा लिया, तुहानूं लोड़ पै गई, तुसीं सुनिया कुछ नहीं, उन्हां ठीक पढ़िया नहीं गा, तुसीं सुनिया नहीं गा, तुसीं उहनूं पैसे दे के सुरखरू हो गए भी ठीक है बाबे नूं पैसे पढ़ाते, बाबा पढ़ाई दा जो पढ़िया वो सानूं दे जाऊगा दान च। ये किद्दां हो जाऊगा? बाबा रोटी खा के तुहानूं खून अपना कढ़ के दे दूगा? ये तो तुहानूं अपनी अपना हत्थी अपना आपे ही काज सवारी है। ये तो सिस्टम रखिया सी। सो गुरु प्यारिओ, साडी आप जी दे चरनां सारियां धीआं दे नौजवानां च बच्चियां च बजुर्गां च जिहड़े रह गए है, इक्को तरीका है। मैनूं जो मेरी हो सकदा मैं इस गल च गलत होवां, मैं अपनी गल नूं कदे कंप्लीट नहीं समझदा जिन्ना चਿਰ मैं जींदा हां, पर मेरे मन च काफ़ी देर तो मैंटली अपसैट होने के नाल ये गल्लां जरूर उठियां ने भी जे कौम इकट्ठी होएगी, मुढ़ली सिੱਖੀ जिवें मुढ़ली इस्लाम, मुढ़ली ईसाईयत, मुढ़ला हिंदू जनेऊ पा के तुसीं उदा खंडे की पौल छक के मुढ़ली सिੱਖੀ करो। बाणी जरूर पढ़ो, जे बाणी ना पढ़ोगे तो बाणी का कोई फायदा नहीं होएगा। बाणी ते बाणी का समेल है। बाणा साडा एक एकता की सूचक है, ते बाणी साडी आत्मक खुराक है। ये दोए रखो ते वधिया जीवन मेनटेन करो। ते पिंडां विच कट्ठे हो, कट्ठे होने तो बिना थोड़ा काम नहीं सकता। कट्ठे हो रहे भी मैं थोड़ा दस देना, जे एक एक तीला इत्थे पराली का खिलार दईए, वो लताड़िया जाएगा, वो कुछ नहीं करेगा। ओहे एक पूला बट के एक हाथी दियां लत्तां बन दईए ते हाथी कदे भी हिल नहीं सकेगा। तीले उन्ने ही ने, वो खिलरे सन, वो कट्ठे सन। ये गुरु की सोच सी कि खुआर होए सब मिलेंगे। उदों तुसीं मिलना जदों तुसीं खुआर हो जाना, तुहानूं गांह लभना नहीं, मौत तुहाडे सिर ते आनी है। बच्चों ना तुहाडे आसरा नहीं बनना, ते अगले बीमारियां ना तुहानूं बुढ़ेपे च जित लेना। जो तक बच्चे नूं जवानी बारे नहीं पता, जवान नूं बच्चा देखेगा, जवान बारे अंदर की चलदा बच्चे नूं नहीं पता। जवान नूं बुढ़े बारे नहीं पता, जवान बुढ़े नूं देखेगा, अपनी जवानी च मस्त रहेगा। बुढ़े नूं मौत हुंदी देखेगा, अपनी मौत दा नहीं पता। हुण जदों बच्चा जवान होएगा, उन्होंने जवानी दा पता लगेगा, जवान खुद बुढ़ा होएगा, उन्होंने बुढ़ेपे दा पता लगेगा, 90 साल जाके की हालत हुंदी है। ये सारे नक्शे गुरु जी ने खिंचे हुए ने कि पहले प्यार लगा थण दुध, दूजे माए बाप की सुध, तीजे भैया भाभी बेब। बच्चा थोड़ा जिहा वड्डा होया, भैया भाभी बेब दा पता लग्या मेरा भरा है, मेरी भैन है। चौथे प्यार अपनी खेड, खेडां प्यारियां लगियां चौथे थां ते बच्चे नूं। पंजवें खाण पीण की धात, पंजवें थां ते खाणा चीज़ां टॉफियां इन्हां चीज़ां च तुर पैंदा। छेवें काम ना पुछे जात, छेवें थां ते जरा शरीर भरदा है, काम आके जोर पांदा है, जात कजात भी नहीं सोचदा। छेवें काम ना पुछे जात, सतवें संज किया घर बास, भाव सतवें थां ते ब्याह किया जाता। फिर अठवें क्रोध हुआ तन नास, अठवें थां ते बच्चे खाण नूं मंगदे ने, कम है नहीं गा है, सड़ी जाना किताब दे दे, आ लै दे, आ लै दे, सड़ी जाना। अठवें क्रोध हुआ तन नास, नौवें धौले उब्बे साह, नौवें थां ते पहुंच गया बाल चिट्टे हो गए। केवल बंदियां दे बाल चिट्टे हुंदे आ ते जनानियां दे डंगरां दे कदे भी बालां दा रंग नहीं बदलिया। नौवें धौले उब्बे साह, 10वें दद्दा हुआ सुहा, सक के रख लकड़ियां च फूक दिता। गए संगीत पुकारी ता, घरदियां ने धां मार दी भी चले गया, हुण बस मुक गया। हुण आया गया मोआ नाओ, पिछे पत्तल सदो गांव, पाठ पढ़ा दो, अरदास करा दो। आया गया मोया नाओ, पिछे पत्तल सदो गांव, नानक मन मुख अंध प्यार। मन की मगर वाला मगर लग्या, गुरु मगर नहीं लग्या, मन मन लग्या रहा सारी जिंदगी। अंध नाल प्यार करता रहा, अंधेरे विच प्यार करता रहा। बाज गुरु डुब्बा संसार, डुब्बा गया है। इस करके प्यारिओ, साडी आप जी के चरणों निमरे हुए बेनती, तुसीं बड़े सियाणे लोग हो, बच्चों नूं ज़्यादा पढ़ाओ। जे करना किसी का भला करो, जे भला नहीं करना तो कदी का भी किसी का बुरा ना करो। जे बोलना तो सच बोलो, जे सच नहीं बोलना तो झूठ भी ना बोलो।
जे गुरु पातशाह रहमत करन छकना छकाना तो बड़े पदार्थ ने नशे आदि इन्हां चीज़ों का सेवन ना करो। पौष्टिक खुराक साढ़े कोल बहुत है, साडा देश प्रफुल्लित है, साढ़े कोल बड़े प्रोटीन पे ने, केसर पिया, कस्तूरी पई, ऐसिया चीज़ां साढ़े कोल पईयां। 8 धातां दा शरीर बनया ये आयुर्वैदिक अनुसार। इन्हां तिन्नां तत्तां ते इहनूं खड़ा किया होया शरीर नूं, 3 थंब दिते हुए ने, बात पित्त ते कफ। इन्हां दा ध्यान रखना। मेरे शरीर च गर्मी ज़्यादा होंदी है कि ठंड ज़्यादा हो गई है कि रेशा ज़्यादा हो गया, इन्हां नाल शरीर दी जिहड़ा संतुलन है बिगड़ जाता, बीमारी पैदा हो जाती है। अज तो तुहानूं पैसटीसाइड ने बीमार कर देना, अज तो तुहानूं ये जिहड़ियां डॉक्टरां दीयां खोलियां पर्चियां जानदियां इन्हीं तुहानूं बीमार कर देना, अज तो तुहानूं धुएं नाल बीमार कर देना, अज तो तुहानूं जिहड़े हैगे है गर्द है, इन्ना डस्ट है, इन्हां तुहानूं बीमार कर देना। अज तो तुहाडे कोई हल नहीं है, हवा तुहाडी साफ नहीं रहनी। इस करके साडी हाथ जोड़ के बेनती हुंदी है, खास करके नौजवान धीआं अगे ते नौजवान बच्चे अगे, बुढ़े पक्कड़ हो गए जिद्दे चले गए, इन्हीं मुड़ के नहीं आना। गुरु पातशाह रहमत करन ये भी मुड़ पैण ते सानूं बड़ी खुशी है। पर तुसीं इस गल नूं सारे फॉलो करो। तुहाडे अगे जिन्नियां चुनौतियां आनियां साडे आनियां ने, साडे बच्चे विआहे गए हैं, सानूं कोई भी गुरु पातशाह ने कोई ऐसी दिक्कत नहीं आण दित्ती। अरे गुरु दा बिरध हुंदा, बिरध स्वामी संदा हुंदा, उहदा एक विशेष चीज़ हुंदी है, एक साडे मन नूं बल बना के रखदा हो भी कोई गल नहीं मैं तेरे नाल है, गुर मेरा संग सदा है। दूर नहीं सानूं कहा भी गुरु परमात्मा ते तू किते दूर है। मन तू जोत स्वरूप है, सब में जोत जोत है सोए, तिसके चानन सब में चानन होए। सानू तो बड़ी सीधी गल दसी है भी जंगलों च ना चले जो रब नूं लभण, कोई किरत ना छड़ दिओ, ब्याह कराणों ना हट जाओ भी ब्याह नहीं कराना मैं रब लभना। ये गल्लां सारियां गुरु ने गृहस्थी जीवन बतीत करके एक चंगी पैड़ा छड्ड गए ने। अज उस पैड़ा साडे कोल खुंझ गईयां ने, अज असीं दुखियां दे विच झेले गए हैं, सानू कौम दा फिक्र नहीं रहा। मैनू आखिरी ये भी बेनती करनी पैंदी है भी तुसीं देश वास्ते टैक्स घटाने घटाओ, मैनू कोई इतराज नहीं, देश तरक्की करे, साडा देश है। तुसीं अपनी पंजाब सरकार नूं टैक्स दिंदे हो दो, आ सारियां ऐशां तुहाडे टैक्स दे उत्ते हो रहीआं ने, मैनू कोई तुंग नहीं, मेरा पंजाब प्रफुल्लित होए। हुण मैं तुहाडे जिहड़ा सवाल मेरा आना वो आना भी तुसीं कौम लई की कीता, सिख कौम लई। ये तुसीं वेले टाइम सोचना भी इसमें कौम लई की कीता। एक कौम की जिम्मेवारी है, एक समाज की जिम्मेवारी, एक परिवार की जिम्मेवारी है, एक देश की जिम्मेवारी है, एक संसार नाल भी साडा रिश्ता जुड़िया होया। इस करके ये सारे रिश्तिਆਂ ਨੂੰ कवर करने वास्ते साडी सोच अनुसार श्री गुरु ग्रंथ साहब दे लड़ लगिए, इकट्ठे होइए ते मेरियां धीआं गंदे चरित्रहीन वस्त्रां तो भाव बहुता मेकअप, साडी कुड़ी कंन नहीं पाड़ सकदी, नक नहीं पाड़ सकदी। अज साडी सब कुछ साडे कोल जांदा लग्या। साडे पंजाब च ब्यूटी पार्लर दा कुड़ी सिख कुड़ी वास्ते कोई लोड़ नहीं है। साडे पंजाब विच जिहड़े सलून है वो सिखां वास्ते कोई भी लोड़ नहीं है। साडे पंजाब विच सानू किसी भी ठेके दी कोई भी लोड़, सिखां नूं समैक दी कोई लोड़ नहीं है, दूजे नाल ठगी करन दी कोई लोड़ नहीं है। इस मिशन नूं पछाणो ते नौजवानों दे अगे बड़ियां चुनौतियां आ रही हैं। इन्हां दे विआह होने, इन्हां दे बच्चे होने हैं, बेरोजगारी आनी है। तो ये जरूर है कि गुरु लखां करोड़ां बंदियां नूं रोज एक केवल खालसा पंथ है जिहड़ा फ्री ऑफ कॉस्ट लंगर छकांदा। ये पहला गुरु नानक दा मिशन है। इस गल तो सारी दुनिया हैरान हुई है हुण कोरोने विच। पर अज तुसीं उन्हां दे जिहड़े तुहाडे अगे लग के ऐसे काम करदे, तुसीं उन्हां दी पिठ विच छुरा घोपण दी, उन्हां दे बराबर चलण दी बजाए, उन्हां नूं सपोर्ट देण दी बजाए उन्हां दी पिठ छुरा घोपो, उन्हां आखो भी ये तां खा गए ने सारे, ये तां खा गए ने। ओ यार जे तुसीं एक थां गुरु पातशाह ने लिखिया आपना दे चूरू पर पानी ते निंदे जे गंगा आणी। आप किसी नूं कोई चूड़ा पानी दा नहीं दे सकदा ते निंदिया उहदी करदा जिहड़ा गंगा लैके आया। असां उन्हां लोकां नूं ओ जिहड़ा कोई माड़ा करूगा वो आपे भोगूगा। असीं अपनी ईमानदारी नाल अगे वधना है, सारे इकट्ठे होना है। भाव पीवो पहल खंडे तार, उन्हां दी सुन्नत, उन्हां दा पानी च गोता, उन्हां दी जनेऊ साडी है खंडे दी धार दी पौल। जम्मण लग्गिया बच्चे नूं भी देना है,
ਉਹਨੀ ਗਊ ਪਿਸ਼ਾਬ ਦੀ ਗੁੜਤੀ ਦੇਣੀ ਹੈ, ਅਸੀਂ ਉਹਦੇ ਮੂੰਹ ਨੂੰ ਬੂੰਦ ਲਾਣੀ ਹੈ ਖੰਡੇ ਦੀ ਪੌਲ ਦੀ ਜਪਜੀ ਸਾਹਿਬ ਦੇ ਪਾਠ ਨਾਲ, ਤੇ ਉਹਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਤਾਂ ਕਹਿਣਾ ਹੈ ਜੇ ਬੱਚਾ ਸਾਡੇ ਘਰੋਂ ਛੇਤੀ ਮਰ ਜਾਣਾ ਹੋਏ ਤੇ ਜਾ ਕੇ ਸਿੱਖਾਂ ਦੇ ਘਰ ਫੇਰ ਆ ਜਾਏ, ਸਾਨੂੰ ਕੋਈ ਇਤਰਾਜ਼ ਨਾ ਹੋਏ। ਜਿੱਥੇ ਮਰਜੀ ਜੰਪੇ, ਅਮਰੀਕਾ ਸਿੱਖਾਂ ਦੇ ਘਰ ਜੰਪੇ, ਸ਼੍ਰੀਨਗਰ ਜੰਪੇ, ਕਰਨਾਟਕਾ ਜੰਪੇ, ਗੁਰੂ ਨਾਨਕ ਦੇ ਮਿਸ਼ਨ ਵਿੱਚ ਫੇਰ ਆਏ, ਤਾਂ ਉਹਦਾ ਅਸੀਂ ਪਹਿਲਾ ਸੰਸਕਾਰ ਦੇਣਾ। ਅੱਗੇ ਅਸੀਂ ਨਾਮ ਰੱਖਣ ਵਾਸਤੇ ਗੁਰੂ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈਣਾ, ਗੁਰਪੂਰੈ ਮੇਰੀ ਰਾਖ ਲਈ ਲਵਲ ਮਹੱਲਾ ਪੰਜਵਾਂ, ਉੱਥੇ ਗੱਗੇ ਤੋਂ ਅਸੀਂ ਨਾਂ ਸ਼ੁਰੂ ਕਰਨਾ। ਉਹ ਨਾਂ ਅੱਗੇ ਜੈਂਡਰ ਹੈ ਸਾਡਾ ਸਿੰਘ ਤੇ ਕੌਰ, ਗੁਰਵਿੰਦਰ ਸਿੰਘ ਵੀ ਹੋ ਸਕਦਾ ਤੇ ਗੁਰਵਿੰਦਰ ਕੌਰ ਵੀ ਹੋ ਸਕਦੀ, ਗੁਰਚਰਨ ਸਿੰਘ ਵੀ ਹੋ ਸਕਦਾ ਤੇ ਗੁਰਚਰਨ ਕੌਰ ਵੀ ਹੋ ਸਕਦੀ। ਇਹ ਸਾਡਾ ਨਾਮ ਰੱਖਣ ਦਾ ਤਰੀਕਾ। ਅੱਗੇ ਜਾ ਕੇ ਜਦੋਂ ਬੱਚਾ 5-6 ਸਾਲ ਦਾ ਹੋ ਜਾਏ ਉਹਨੂੰ ਥੋੜਾ ਚੂੜਾ ਛਕਾ ਦੇਣਾ, ਉਹਨਾਂ ਸਾਡੇ ਨਾਲ ਰੋਟੀ ਪਾਣੀ ਸਾਂਝ ਪਾਣੀ ਹੈ। ਅੱਗੇ ਜਾ ਕੇ ਜਦੋਂ 13-14 ਸਾਲ ਦਾ ਹੋਏ, ਮੇਰੀ ਸੋਚ ਹੈ, ਹਜੇ ਤੱਕ ਪੰਥ 'ਚ ਸੋਚ ਅੱਗੇ ਨਹੀਂ ਆਈ, ਮੈਂ ਹੋ ਸਕਦਾ ਇਹ 'ਚ ਗਲਤ ਹੋਵਾਂ, ਕਿਉਂ ਨਹੀਂ ਮੇਰੇ ਬਜ਼ੁਰਗਾਂ ਨੇ ਗੱਲ ਚੁੱਕੀ ਜਾਂ ਸਾਨੂੰ ਮੌਕਾ ਨਹੀਂ ਮਿਲਿਆ ਇਹ ਗੱਲ ਦਾ ਵੀ ਅਸੀਂ ਘੱਟੋ ਘੱਟ ਮੁੱਢਲੀ ਸਿੱਖੀ ਸਾਰੇ ਰੱਖੀਏ, ਗੁਰੂ ਗ੍ਰੰਥ ਸਾਹਿਬ ਤੇ ਟੇਕ ਰੱਖੀਏ, ਇੱਕ ਦੂਜੇ ਨਾਲ ਇਸ ਤਰੀਕੇ ਨਾਲ ਕੋਆਪਰੇਟ ਰੱਖ ਕੇ ਦੂਜਿਆਂ ਦਾ ਵੀ ਭਲਾ ਕਰਨਾ। ਅੱਜ ਤਾਂ ਉਹਨਾਂ ਨੂੰ ਵੀ ਗੁਰਦੁਆਰੇ ਵਿੱਚ ਥਾਂ ਦੇਣੀ ਹੈ। ਹਿੰਦੂਆਂ ਦੇ ਮੰਦਿਰ 'ਚ ਦਲਿਤ ਨਹੀਂ ਜਾ ਸਕਦਾ, ਮੁਸਲਮਾਨਾਂ ਦੇ ਕਾਬੇ ਵਿੱਚ ਕੋਈ ਗੈਰ ਧਰਮ ਦਾ ਬੰਦਾ ਨਹੀਂ ਜਾ ਸਕਦਾ। ਇੱਥੇ ਤਾਂ ਅਸੀਂ ਸਾਰਿਆਂ ਨੂੰ ਹਿੱਕ ਨਾਲ ਲਾਣਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਰੱਖਣਾ। ਅਸੀਂ ਤਾਂ ਤੁਹਾਡਾ ਇੰਨਾ ਅਮੀਰ ਵਿਰਸਾ ਹੈ, ਗੱਲ ਸਾਰੀ ਦੁਨੀਆ ਨੂੰ ਲੋੜ ਹੈ ਅੱਜ ਜਿਹੜੀ ਤੁਹਾਡੇ ਕੋਲ ਹੈ, ਵੰਡ ਕੇ ਛਕਣ ਦੀ, ਸੇਵਾ ਕਰਨ ਦੀ, ਸਿਮਰਨ ਦੀ। ਸਿਮਰਨ ਕਰਨਾ ਕੇਵਲ ਇੱਕ ਕਾਪੜ ਦਾ ਜਿਹਨੂੰ ਆਪਣੇ ਵਿੱਚ ਮਹਿਸੂਸ ਕਰਕੇ ਕਰਨਾ, ਪਿਓ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਹਾਂ ਉਹ ਮੇਰੇ ਨਾਲ ਹੈ। ਅਗਲੀ ਬੇਨਤੀ ਹੈ ਕਿ ਇਹ ਹੈ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ। ਜਨਮ ਸੇਲਾ ਬਾਰੇ ਮੈਂ ਬੇਨਤੀ ਕਰਦਾ ਹੁੰਨਾ ਵੀ ਜਿਹੜੇ ਘਰ 'ਚ ਨਸ਼ਾ ਨਹੀਂ ਹੈ, ਜਿਹੜੇ ਘਰ 'ਚ ਗੰਦੇ ਗਾਣੇ ਨਹੀਂ ਲੱਗੇ, ਜਿਹੜੇ ਘਰ 'ਚ ਬੇਈਮਾਨੀ ਦੀ ਠੱਗੀ ਦੀ ਕਮਾਈ ਨਹੀਂ ਹੈ, ਜਿਹੜੇ ਘਰ 'ਚ ਲੜਕੀਆਂ ਤੇ ਲੜਕਿਆਂ ਦਾ ਜੀਵਨ ਵਿਸ਼ੇਸ਼ ਹੈ ਕਰੈਕਟਰ ਦੇ ਪੱਖ ਤੋਂ, ਜਿਹੜੇ ਘਰ ਵਿੱਚ ਕਦੇ ਵੀ ਕਿਸੇ ਦੀ ਬੁਰੀ ਸੋਚ ਨਹੀਂ ਸੋਚੀ ਗਈ, ਹਰ ਇੱਕ ਦੇ ਭਲੇ ਦੀ ਸੋਚ ਸੋਚੀ ਗਈ, ਉਹ ਘਰ ਵਿੱਚ 2 ਟਾਈਮ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਜਿਹਨੇ ਸਾਨੂੰ ਹਵਾ ਪਾਣੀ ਮਿੱਟੀ ਸਰੀਰ ਦਿੱਤਾ ਉਹਦੀ ਆਰਾਧਨਾ ਕੀਤੀ ਗਈ, ਉਸ ਘਰ ਵਿੱਚ ਸਾਰਿਆਂ ਦਾ ਹੀ ਜਨਮ ਸਹਿਲਾ ਹੋਏਗਾ। ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਇੱਕ ਸਾਡਾ ਸਿਲੇਬਸ ਹੈ, ਸੁੱਖ ਦੀ ਕਦਰ ਦੁੱਖ ਕਰਕੇ ਹੀ ਹੈ, ਗਰੀਬੀ ਅਮੀਰੀ ਵੀ ਇੱਕ ਸਾਡੀ ਜੀਵਨ 'ਚ। ਮੈਂ ਮੰਨਦਾ ਦੋਏ ਜਾਤਾਂ ਨੇ ਸੰਸਾਰ ਵਿੱਚ, ਇੱਕ ਗਰੀਬ ਹੈ ਇੱਕ ਅਮੀਰ ਹੈ, ਕੋਈ ਜੱਟ ਨਹੀਂ ਹੈ, ਕੋਈ ਜੱਟ ਕਦੇ ਵੀ ਅਮੀਰ ਗਰੀਬ ਜੱਟ ਨੂੰ ਕੁੜੀ ਨਹੀਂ ਦੇ ਰਹੂਗਾ। ਇਹ ਗੱਲ ਆ, ਸਿਰਫ ਇਹ ਜਾਤ ਜਿਹੜੀ ਬਦਲ ਵੀ ਸਕਦੀ ਹੈ, ਅਮੀਰ ਬੰਦਾ ਕਿਸੇ ਟਾਈਮ ਗਰੀਬ ਹੋ ਸਕਦਾ ਤੇ ਗਰੀਬ ਬੰਦਾ ਕਿਸੇ ਵੀ ਟਾਈਮ ਅਮੀਰ ਹੋ ਸਕਦਾ ਕੁਦਰਤ ਦੇ ਕ੍ਰਿਸ਼ਮੇ ਵਿੱਚ, ਪਰ ਜਾਤ ਇਹਨਾਂ ਦੀ ਕੋਈ ਨਹੀਂ ਹੋਣੀ ਚਾਹੀਦੀ ਹੈ। ਇਹ ਸਾਡਾ ਸਿੱਖ ਮਿਸ਼ਨ ਹੈ। ਅਗਲੀ ਬੇਨਤੀ ਹੈ ਕਿ ਇਸ ਤਰੀਕੇ ਨਾਲ ਜਨਮ ਸਹੇਲਾ ਹੋਏਗਾ, ਜਿਨ੍ਹਾਂ ਦੇ ਘਰ ਜਾਵਾਂਗੇ ਉਹਨਾਂ ਦੇ ਘਰ ਵੀ ਅਸੀਂ ਪ੍ਰਸੰਨ ਕਰਾਂਗੇ ਵੀ ਭਾਈ ਤੁਸੀਂ ਸਵੇਰ ਉੱਠ ਕੇ ਨਿਤਨੇਮ ਕਰੋ, ਅਕਾਲ ਪੁਰਖ ਦਾ ਧੰਨਵਾਦ ਪਤਾ ਨਹੀਂ ਅਗਲਾ ਦਿਨ ਸਾਰਾ ਕੰਪਲੀਟ ਹੋਣਾ। ਪਹਿਲੇ ਟਾਈਮ 'ਚ ਗੁਰੂ ਘਰ ਬੈਠਣਾ, ਅਗਲੇ ਟਾਈਮ 'ਚ ਆਪਣੀਆਂ ਕਿਰਤਾਂ ਕਰਨੀਆਂ ਇਮਾਨਦਾਰੀ ਨਾਲ, ਸਾਰੇ ਕੰਮ ਕਰਨੇ ਆ, ਸ਼ਾਮ ਨੂੰ ਫਿਰ ਗੁਰਦੁਆਰੇ ਆ ਕੇ ਦਿਨ ਦੀ ਮਾਫੀ ਮੰਗਣੀ ਹੈ, ਸਵੇਰ ਨੂੰ ਉੱਠਾਂਗੇ ਤੇ ਗੁਰੂ ਦੇ ਚਰਨਾਂ 'ਚ ਬੈਠਾਂਗੇ। ਉਹ ਸਾਡੇ ਸ਼ੁਰੂਆਤ ਹੈ ਇੱਕ ਦਿਨ ਦਾ, ਏਦਾਂ ਸ਼ੁਰੂ ਕਰਨਾ ਹੁੰਦਾ। ਅਗਲੀ ਬੇਨਤੀ ਹੈ ਕਿ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ, ਇਹ ਪਹਿਲਾ ਗੁਰੂ ਹੈ ਜਿਹੜਾ ਚੇਲਾ ਵੀ ਕਹਾਇਆ ਤੇ ਗੁਰੂ ਵੀ ਬਣਿਆ, ਜਿਹਨੂੰ ਅਸੀਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਹਾਂ। ਉਹ ਬਾਦਸ਼ਾਹ ਹੈ ਜਦੋਂ ਕੇਸਗੜ੍ਹ ਦੇ ਕਿਲੇ 'ਚ ਬੈਠਾ ਹੈ, ਜਦੋਂ ਦੀਵਾਨ ਲੱਗਿਆ ਹੋਇਆ, ਜੋੜਾ ਪਾਇਆ, ਕਲਗੀ ਸਜਾਈ ਹੈ, ਹਾਥੀ ਪ੍ਰਸ਼ਾਦੀ ਹਾਥੀ ਚੌਰ ਕਰ ਰਿਹਾ ਹੈ, ਉਦੋਂ ਬਾਦਸ਼ਾਹ ਹੈ। ਅੱਗੇ ਦਰਵੇਸ਼ ਹੈ, ਜਦੋਂ ਅੱਜ ਕੱਲ ਮਾਛੀਵਾੜੇ ਦੇ ਜੰਗਲਾਂ 'ਚ ਉਦੋਂ ਦਰਵੇਸ਼ ਹੈ। ਬਾਦਸ਼ਾਹ ਦਰਵੇਸ਼ ਗੁਰੂ ਹੈ ਜਦੋਂ ਪੰਜਾਂ ਦੀ ਸਿਰਜਣਾ ਕਰਦਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੈ ਜਦੋਂ ਪੰਜਾਂ ਕੋਲੋਂ ਗੋਬਿੰਦ ਰਾਏ ਤੋਂ ਸਿੰਘ ਬਣਦਾ ਹੈ। ਯੋਧਾ ਹੈ, ਕਵੀ ਹੈ, ਕਵੀਆਂ ਦਾ ਕਦਰਦਾਨ ਹੈ। ਇਹਦੇ ਨਾਲ ਸਾਰੇ ਯੁੱਧ ਦੇ ਕਮਾਲ ਹੋ ਗਈ ਹੈ। ਉਹਨਾਂ ਦੀ ਕਿੰਨੀ ਸਿਫਤ ਕਰੀਏ, ਜਵਾਨ ਛੋਟੀ ਹੈ। ਅਗਲੀ ਬੇਨਤੀ ਹੈ, ਐਸਾ ਗੁਰੂ ਜਿਹੜਾ ਆਪੇ ਗੁਰੂ ਸੀ ਉਹ ਚੇਲਾ ਬਣ ਜਾਂਦਾ ਤੇ ਚੇਲੇ ਤੋਂ ਗੁਰੂ ਬਣਾ ਦਿੰਦਾ। ਇਹ ਹੈ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਪੰਜਾਂ ਪਿਆਰਿਆਂ ਦੇ ਅੱਗੇ ਬੈਠ ਜਾਂਦੇ ਨੇ, ਸਿਟੰਗ ਲੈਂਦੇ ਨੇ, ਉਹਨਾਂ ਨੂੰ ਕਹਿੰਦੇ ਖਾਲਸਾ ਜੀ ਮੈਨੂੰ ਵੀ ਹੁਣ ਤੁਸੀਂ ਸਿੰਘ ਬਣੇ ਹੋ,
मैनू भी गोबिंद राय तो गोबिंद सिंह बनाओ। 1699 का साका है तो गुरु पातशाह इस तरीके नाल बैठते हैं, एक गोडा मूंदा मार के सीधा करके सज्जा हाथ उत्ते रखते हैं ते पंज प्यारे कहते हैं गोबिंद राय जे सिंह बनदा चाह है तो फिर छक पौल ते उहदे हत्थ ते चूड़ा पाणगे पंज प्यारे गुरु पातशाह दे ते ओनू कहणगे गोबिंद राय बोल वाहिगुरू जी का खालसा वाहिगुरू जी। वो चूड़ा छक के कहणगे वाहिगुरू जी का खालसा। आ इन्नी निमरता यह है बाहो बाहो गोबिंद सिंह आपे गुर चेला। अगली पंक्ति है रहनी रहे सोई सिख मेरा, मेरे दसे हुए सिद्धांतों की पालना करेगा, सिख ते गुरु का रिश्ता मेरे नाल जुड़िया रहूगा, पर मैं उन्होंने अपना साहब करके मनूंगा तो उदा मैं दास बन के रहूंगा। और गरीबों को इन्नी वड्याई दी गुरु गोबिंद सिंह ने, आंदे इन ही की कृपा के सजे हम हैं नहीं मोस गरीब, मेरे वर्गे गरीब रुलते हैं। किसी भी पैगंबर ने ऐसी शब्दावली नहीं वरती हुई, किसी भी पैगंबर ने इन्ना त्याग नहीं किया होया, अपनी अखां के सामने बच्चों को लुटा देना। अज असी सब कुछ भुल के शराबां पीतियां, उदा नाम अगर सिंह ते कौर लाए, अगले मुंडे ये भी कटाण तो दूर पै गए। छोटे छोटे बाबियां ने सानू हौसला देता भी तुहानू छड़ा लवांगे, आप खेच पैर रलदे ने सानू छड़ा लूगा। सानू टेक होनी चाहिए एक दी ते गुरु दे सिद्धांत की पालना होनी चाहिए। अगे हैगा रहत बिना ने सिख कहावै, जिहड़ा ये दसी हुई मेरी विचारधारा दा उहदा मेरा कोई रिश्ता नहीं होगा। रहत बिना ने सिख कहावै, रहत बिना दर चोटा खावै। मैं उहदी मरण तो बाद रूह की कल्याणकारी थां ते नहीं लिजा सकता। रूह तो आपे कल्याणकारी थां चले जाने, सच बोलना किसी का हक नहीं खाना। पर एक संगठन है साडा खंडे की पौल छक के, एक माला तद ही बनेगी जे विच धागा रहेगा, आले दुआले मणके जुड़े रहणगे। जे धागा कहे पे मैं मणकियां दे उपर आ जाना फिर माला नहीं रहेगी, फिर माला टुट जाएगी। थोड़ी एक माला बनाई हुई है, विच रखा हुआ शब्द धागा, इनू थोड़ा संभालिए। अगे है सतगुर बाजों गुर नहीं कोई, सिखां दा श्री गुरु ग्रंथ साहिब तो बिना होर कोई गुरु नहीं है। ते नगुरे का है भाई गुरदास नूं गुरु बनदा शौक नहीं होया, भाई बुढ़े नूं गुरु बनदा शौक नहीं होया, भाई मनी सिंह नूं गुरु बनदा शौक नहीं होया, बाबा दीप सिंह नूं गुरु बनदा शौक नहीं होया। जे पिरथीए नूं शौक होया तो फेल हो गया। अज साडे फिर खुंबा वांगू गुरु निकले आए पंजाब विच। संत मैं नहीं कहता गुरसिख हो सकते ने है, ते कोई संत पदवी नूं टच करोड़ों विचों एक अद्धा कोई बंदा संत हो सकता है, बहुते बंदे संत नहीं हो सकते। उहदी पूरी परिभाषा है, तुहाडे कोल परख दी कसवट्टी है। तुसीं किसी बाबे नूं परखना पहलां तां असीं परख नहीं सकते, पर जे छोटी मोटी गल परखनी है तो मैं तुहाडे सामने करदा। प्रभ की आग्या आत्म हताब है, पहला तुख है प्रभ की आग्या आत्म हताब है। जो रब वालों हुक्म हुंदा उहनूं मन मिठा करके मनदा, आत्म नूं हित च जानदा। जीवन मुक्त सो कहावे। अगे सुनो, तैसा हरख तैसा सुख। जे उहदा मुंडा मर गया तो उहनूं बहुता गम नहीं है, ते जे मुंडा जम पिया तो बहुता भंगड़ा नहीं पांदा। उहनूं पता भी जिहड़ी आ काम होना ते आ भी काम होना है। तैसा हरख तैसा सोग, सदा आनंद तै नहीं विजोग। वो कदे दुखी नहीं हुंदा, अखेड़े च रहिंदा, आनंद च रहिंदा। सदा आनंद तै नहीं, तैसा सुवर्ण तैसी समाटी। उहदे कोलों उहदे लागे कोई कंबल रख जे, एक रख गया उन्होंने कोई खुशी नहीं हुई, दूजा चुक के लै गया उन्होंने कोई इतराज नहीं होया। तैसा हरख तैसा सोग, तैसा हरख तैसा सदा आनंद तै नहीं, तैसा सुवर्ण। जे सोना कोई चढ़ गया कोई गल नहीं, मिट्टी के बराबर है। मिट्टी ते सोना एक है, ऐदा दा बंदा। तैसा सुवर्ण तैसी समाटी, तैसा अमृत तैसी बेखाटी। मिठी चीज देती तां भी कोई गल नहीं, जे खट्टी देती कौड़ी देती तां भी कोई गल नहीं, उन्हें जहर देता तां भी कोई गल नहीं, सकरात पी गया। तैसी अमृत तैसी बिखाटी, तैसा मान तैसा बमान। जे इज्जत कोई करता तो बहुता फुलदा नहीं है, तो जे गालां कढ़दा तो बहुता नाराज नहीं होंदा। तैसा मान तैसा मान, तैसा रंग तैसा राजा भी उदां दा ते गरीब भी उदां दा उहदे वास्ते। तैसा रंग तैसा राजान, जो बरताए साई जुगत नानक ओ पुरख कही है। वो समझ लो जींदा मुक्त हो गया बंदा। ऐसी अवस्था उहदी बन चुकी है। ऐसी अवस्था के मालिक सन मेरे गुरु ते मेरे प्यारे सिख। अज असीं रुलदे हैं, इन्हां अवस्था नूं लभदे हैं, ते तुहाडी मेहर होए, तुहाडे पिंडां च खुशहाली बनी रहे। हिंदू सच्चा हिंदू होए, मुसलमान सच्चा मुसलमान होए, ईसाई सच्चा ईसाई होए, ते सिख सारे सच्चे श्री गुरु ग्रंथ साहिब दे सिख होण। जे तुहानूं पादरी कहंदे असीं तुहाडे दुख दूर कर देवांगे, इत्थे एक बटाले च बाबा बैठा सी, उन्हें 5 करोड़ की खीर बेची 3 दिनां च। भारत के प्रशासन ने उसकी हैल्प की है, 3 मौतां होईयां। जो तुसी मैनू दुख है भी सिख क्यों खीर खाण जाण उत्ते? इन्होंने तो कहा दुख भंजन तेरा, सुनिया दुख पाप का।
ਇਹਨਾਂ ਨੂੰ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ, ਕੇਤੀਆ ਦੁੱਖ ਭੂਖ ਸਦ ਮਾਰੇ। ਤੇ ਜ਼ਿੰਦਗੀ ਦੀ ਚਾਲ ਹੈ ਦੁੱਖ ਤੇ ਸੁੱਖ ਦਾ। ਜੇ ਦੁੱਖ ਨਾ ਹੋਣ ਤਾਂ ਤੁਸੀਂ ਕਾਮਯਾਬ ਹੀ ਨਹੀਂ ਹੋ ਸਕਦੇ ਜ਼ਿੰਦਗੀ 'ਚ। ਇਸ ਕਰਕੇ ਥੋੜੇ ਤਕੜੇ ਹੋ। ਸੋ ਇੰਨੀਆਂ ਬੇਨਤੀਆਂ ਦਾਸ ਦੀਆਂ ਪ੍ਰਵਾਨ ਕਰਨੀਆਂ। ਹੁਣ ਕੀਰਤਨ ਵਾਲਿਆਂ ਨੇ ਥੋੜੀ ਦੇਰ ਹਜੇ ਤਕਰੀਬਨ 8:45 ਹੋਏ, ਹਾਂ ਜਿੰਨਾ ਕੁ ਲੈ ਸਕਦੇ ਨੇ ਸਮਾਂ ਉਹਨਾਂ 'ਚ ਜ਼ਰੂਰ ਚੱਲਣਗੇ। ਤੇ ਸਾਨੂੰ ਖਿਮਾ ਕਰਨਾ। ਤਿੰਨਾਂ ਚਾਂ ਥੋਦੇ ਨੇ ਪਹਿਲਾਂ ਦੌੜ ਪੁੱਜ ਕੀਤੀ। ਇੱਕੋ ਹੀ ਆਇਆ ਵੀ ਸਾਡੇ 'ਚ ਕੌਮੀ ਪਿਆਰ ਆ ਜੇ। ਅਸੀਂ ਇੱਕ ਵਾਰ ਹੁਣ ਛੱਡਾ ਜਲਦੀ ਜਲਦੀ ਇਕੱਠੇ ਹੋ ਜਾਈਏ। ਚਾਹੇ ਥੋੜਾ ਕੰਮ ਕਰੋ, ਬਹੁਤਾ ਨਾਮ ਨਹੀਂ ਜਪ ਸਕਦੇ ਨਾ ਜਪੋ, ਪਰ ਸੱਚ ਤਾਂ ਬੋਲੋ। ਉਹ ਦੂਜੇ ਦਾ ਬੁਰਾ ਕਰਨੋਂ ਤਾਂ ਹਟ ਜਾਓ। ਥੋੜੀ ਥੋੜੇ ਗੁਰੂ ਦੇ ਰਹਿਤ ਵਿੱਚ ਆ ਜਾਓ। ਉਹਦੇ ਸੰਸਕਾਰਾਂ ਬਾਰੇ ਜਾਣ ਕਰੋ। ਮ੍ਰਿਤਕ ਪ੍ਰਾਣੀ ਨੂੰ ਕਿਵੇਂ ਕਰਨਾ, ਆਨੰਦ ਸੰਸਕਾਰ ਕਿਵੇਂ ਸਾਦੇ ਕਰਨੇ। ਗੁਰਦੁਆਰਿਆਂ 'ਚ ਇਕੱਠੇ ਹੋ, ਇੱਕੋ ਗੁਰਦੁਆਰਾ ਰੱਖੋ, ਸਾਰੇ ਪਿਆਰ ਨਾਲ ਬੈਠੋ ਤੇ ਸਵੇਰੇ ਤੇ ਸ਼ਾਮ ਨੂੰ ਤੇ ਦਿਨੇ ਆਪਣੇ ਕੰਮ ਕਰੋ। ਤੇ ਫਿਰ ਅਸੀਂ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਹੈ ਹਮ ਭਾਈ ਭਾਈ, ਫਿਰ ਆਪਾਂ ਭਰਾ ਹਾਂ। ਤੇ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ, ਜੇ ਦਾਸ ਦੇ ਇੰਨਾ ਚਿਰ ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਦਾ, ਤੁਹਾਡੀ ਰਹਿਮਤ ਨਾਲ ਦਾਸ ਆਪਦੇ ਚਰਨਾਂ 'ਚ ਬੋਲਿਆ। ਕੋਈ ਤੁਹਾਨੂੰ ਮੇਰੀ ਕਿਸੇ ਗੱਲ ਤੋਂ ਦੁੱਖ ਲੱਗਿਆ ਜਾਂ ਕਿਸੇ ਨੇ ਇਹ ਗੱਲਾਂ ਨਹੀਂ ਚੰਗੀਆਂ ਲੱਗੀਆਂ, ਤੇ ਮੈਂ ਆਪ ਜੀ ਤੋਂ ਦੋਏ ਹੱਥ ਜੋੜ ਕੇ ਖਿਮਾ ਦਾ ਜਾਚ ਹੈ ਮਾਫੀ ਮੰਗਦਾ ਹਾਂ ਤੁਹਾਡੇ ਜੋੜਿਆਂ 'ਚ ਖਿਲਾ ਕੇ। ਔਰ ਆਸ ਕਰਦਾ ਤੁਸੀਂ ਬੜੇ ਵਿਸ਼ਾਲ ਹਿਰਦੇ ਦੇ ਹੋ, ਜ਼ਰੂਰ ਦਾਸ ਨੂੰ ਮਾਫ ਕਰੋਗੇ। ਨਾਲ ਨਾਲ ਗੁਰੂ ਪਾਤਸ਼ਾਹ ਰਹਿਮਤ ਕਰਨ ਤੇ ਫਤਿਹ ਦੀ ਸਾਂਝ ਪਾਈਏ, ਗੱਜ ਕੇ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ।